कहो नानक मन आनंद भया है, काटी जम की फांसी हाथ दे राखे प्रभ अपने, सद जीवन अबनाशी कहो नानक मन आनंद भया है, काटी जम की फांसी। वाहिगुरु जी का खालसा, वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह गुरु हरकृष्ण साहब महाराज जी के पवित्र अस्थान गुरुद्वारा बंगला साहब जी की यात्रा करते हैं। गुरु ग्रंथ साहिब पातशाह महाराज जी के हजूर अपना जन्म सफला कर रहे हो। अज दे शब्द की विचार भाई गुरलाल सिंह जी करनाल वाले आप जी नूं सरवण करवाउणगे। इस महीने की संग्रांत 15 तरीक नूं है। मेरी पीरी दे मालिक गुरु हरगोबिंद साहब जी का प्रकाश गुरपुरब 18 तरीक नूं है, जो हर साल की तरह गुरुद्वारा साहब मजनू का टिला विखे मनाया जाएगा। जो बंगला साहब तो गुरबाणी दा आप जी आनंद माणते हो। अगर आप जी लाइव ऑडियो सुनना चाहते हो, प्रकाश तो लैके सुखासन तक तकरीबन 18 घंटे, तो सिख नेट लॉगिन करो। यदी ऐप है, इसनों अपने फोन विच लोड कर लो। जिवें दरबार साहब का कीर्तन लाइव जदों भी आप जी ऐप खोलते हो शुरू हो जाता है, बिल्कुल उस तरह बंगला साहब का पाठ, कथा, कीर्तन, अरदास, मुखवाक, ये सब आप जी सरवण कर सकोगे। लिखना है सिख नेट, ऐप गुरबाणी की खुलेगी, उसनों लोड कर लो। यह है ऑडियो लाइव है। दूसरा है फेसबुक के राही सवेरे 5 बजे तो लैके 9 बजे तक, शाम को 6:30 बजे तो लैके रात के 9:30 बजे तक गुरुद्वारा बंगला साहब फेसबुक का ये पेज तुसी लाइक करोगे तो तुहाडे फोन ते ये वीडियो दे सहित ये लाइव सारा ही प्रोग्राम आना शुरू हो जाएगा। आप जी इसका आनंद मान सकोगे। भावें किसी मुल्क विच होवो, किसी भी थां ते होवो, जिथे इंटरनेट होएगा, आप जी हर वक्त बंगला साहब के नाल जुड़ सकते हो। वाहिगुरु जी का खालसा, वाहिगुरु जी की फतेह। वाहिगुरु साहिब जी नमस्कार गुरुदेव को, सतनाम जिस मंत्र सुनाया, भव जल विचों कढ के
ਮੁਕਤ ਪਦਾਰਥ ਮਾਹੇ ਸਮਾਇਆ। ਪਿਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦੇੜਾਏ। ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤਿ ਪਾਏ। ਕਾਲ ਖਾਏ ਸੁਕ੍ਰਿਤ ਕਰੈ ਵੱਡਾ ਹੋਏ ਨ ਆਪ ਗਣਾਏ। ਸਾਧ ਸੰਗਤ ਮਿਲ ਗਾਵਦੇ ਰਾਤ ਦਿਹੈ ਨਿਤ ਚਲ ਚਲ ਜਾਏ। ਸ਼ਬਦ ਸੁਰਤ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ। ਆਸਾ ਆਸਾ ਵਿੱਚ ਨਿਰਾਸ ਵਲਾਏ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ, ਅਤ ਤੰਤਾ ਦੇ ਪਾਤਰ ਹਾਂ ਜੋ ਕਿ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਹਿਬਾਂ ਦੇ ਪਾਵਨ ਪਵਿੱਤਰ ਸਥਾਨ ਤੇ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਚੰਦਰਾਨ ਚੰਦਰ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਤੇ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਰੱਬੀ ਬਾਣੀ ਦੀ ਵਿਚਾਰ ਦੇ ਨਾਲ ਜੁੜੇ ਹਾਂ। ਸਤਿਗੁਰ ਕਿਰਪਾ ਕਰਨ ਆਪ ਸਭਨਾਂ ਦੇ ਸਿਰਾਂ ਉੱਤੇ ਮੇਰਾ ਭਰਿਆ ਹੱਥ ਰੱਖ ਕੇ ਵਿਚਾਰ ਕਰਨ ਅਤੇ ਵਿਚਾਰ ਨੂੰ ਸਮਝਣ ਦੀ ਸਮਰੱਥਾ ਬਖਸ਼ਣ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਝੁਕਾਓ ਸਾਹਿਬਾਂ ਨੂੰ ਸੀਸ ਪਾਓ, ਫਤਿਹ ਨਾਲ ਸਾਂਝ ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਲੜੀ ਅਧੀਨ ਜੋ ਵਿਚਾਰ ਚੱਲ ਰਹੀ ਹੈ, ਅੱਜ ਜਿਸ ਪਾਵਨ ਸ਼ਬਦ ਦੀ ਵਿਚਾਰ ਹੈ ਸਾਰੰਗ ਮਹੱਲਾ ਪੰਜਵਾਂ। ਸਾਰੰਗ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਕਿਰਪਾ ਕਰਦੇ ਨੇ। ਪ੍ਰਭ ਸਿਮਰਤ ਦੁਖ ਬਿਨਾਸੀ, ਪਰਮਾਤਮਾ ਦਾ ਸਿਮਰਨ ਕਰਕੇ ਦੁੱਖ ਨਾਸ਼ ਹੋ ਜਾਂਦੇ ਨੇ, ਦੁੱਖ ਦੂਰ ਹੋ ਜਾਂਦੇ ਨੇ। ਇੱਕ ਸਮੱਸਿਆ ਹੈ ਤੇ ਦੂਜਾ ਸਮਾਧਾਨ ਹੈ। ਜਿਹੜਾ ਦੁੱਖ ਹੈ ਸਾਧ ਸੰਗਤ ਜੀ ਇਹ ਸਮੱਸਿਆ ਹੈ, ਜਿਹੜਾ ਸਿਮਰਨ ਹੈ ਇਹ ਸਮਾਧਾਨ ਹੈ। ਕੋਈ ਵੀ ਦੁੱਖ ਹੈ, ਕੋਈ ਰੋਗ ਹੈ, ਉਹ ਸਮੱਸਿਆ ਹੈ, ਜਿਹੜੀ ਉਹਦੀ ਦਵਾ ਹੈ ਉਹਦਾ ਸਮਾਧਾਨ ਹੈ। ਪਰ ਜ਼ਰੂਰੀ ਨਹੀਂ ਬਾਹਰੀ ਜਿੰਨੀਆਂ ਵੀ ਦਵਾਈਆਂ ਨੇ ਉਸ ਦੁੱਖ ਉਸ ਰੋਗ ਨੂੰ ਉਹ ਠੀਕ ਕਰ ਦੇਣ ਪੂਰਨ ਤੌਰ ਤੇ।
ਨਾਮ ਐਸੀ ਦਵਾ ਹੈ, ਭਾਵੇਂ ਕੋਈ ਵੀ ਦੁੱਖ ਹੈ, ਰੋਗ ਏ, ਸਹਿਬ ਕਹਿੰਦੇ ਨਾਮ ਜਪ, ਤੇਰੇ ਦੁੱਖ ਨਾਸ਼ ਹੋ ਜਾਣਗੇ, ਤੇਰੇ ਰੋਗ ਦੂਰ ਹੋ ਜਾਣਗੇ। ਸ਼ਲੋਕ ਸੰਸਕ੍ਰਿਤੀ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਘੋਰ ਦੁਖਯੰ ਅਨਿਕ ਹਤਯੰ ਜਨਮ ਦਰਿਦਰੰ ਮਹਾ ਬਿਖਾਦੰ ਮਿਟਨ ਸਕਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਇਸ ਪਾਵਨ ਸ਼ਲੋਕ ਦੇ ਅੰਦਰ ਸਾਹਿਬ ਨੇ 4 ਗੱਲਾਂ ਦਸੀਆਂ ਨੇ, 4 ਬਚਨ ਨੇ ਸਾਹਿਬ ਦੇ। ਦੁਨੀਆ ਤੇ ਐਸਾ ਕੋਈ ਘਰ ਨਹੀਂ ਜਿੱਥੇ ਇੱਕ ਵੀ ਗੱਲ ਨਾ ਟੁਕਦੀ ਹੋਏ। ਪਹਿਲੀ ਗੱਲ ਹੈ, ਸਾਰੇ ਦੁੱਖ ਤੇ ਹੀ ਸਹਿਮਤ ਹੋ ਜਾਣਗੇ, ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਦੁੱਖ ਜ਼ਰੂਰ ਹੈ। ਜੋ ਇਸ ਪਾਵਨ ਸ਼ਲੋਕ ਦੇ ਅੰਦਰ ਸਤਿਗੁਰਾਂ ਨੇ ਕਿਰਪਾ ਕੀਤੀ। ਘੋਰ ਦੁਖਯੰ ਅਨਿਕ ਹਤਯੰ ਜਨਮ ਦਰਿਦਰੰ ਮਹਾ ਬਿਖਾਦੰ। ਦੁੱਖ, ਦੁਸ਼ਮਣੀ, ਗਰੀਬੀ, ਕਲੇਸ਼, ਇਹ 4 ਗੱਲਾਂ ਨੇ। ਸੰਸਾਰ ਦਾ ਜਿਹੜਾ ਮਰਜ਼ੀ ਘਰ ਵੇਖ ਲਓ, ਪਹਿਲੀ ਗੱਲ ਹੈ ਸਾਰੇ ਇੱਥੇ ਸਹਿਮਤ ਹੋ ਜਾਣਗੇ, ਕਿਸੇ ਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਜ਼ਰੂਰ ਹੈ। ਜੇ ਦੁੱਖ ਨਹੀਂ, ਕਿਤੇ ਵੈਰ ਵਿਰੋਧ ਜ਼ਰੂਰ ਹੈ, ਕਿਤੇ ਦੁਸ਼ਮਣੀ ਵਾਲੀ ਗੱਲ ਹੈ। ਘੋਰ ਦੁਖਯੰ ਅਨਿਕ ਹਤਯੰ ਜਨਮ ਦਰਿਦਰੰ। ਤੀਜੀ ਗੱਲ ਕੀਤੀ ਗਰੀਬੀ ਦੀ, ਤੇ ਬਿਖਾਦੰ, ਬਿਖਾਦ ਕਹਿੰਦੇ ਝਗੜੇ ਨੂੰ। ਦੁੱਖ, ਦੁਸ਼ਮਣੀ, ਗਰੀਬੀ ਤੇ ਕਲੇਸ਼, ਐਸਾ ਸੰਸਾਰ ਤੇ ਕੋਈ ਘਰ ਨਹੀਂ ਜਿਹੜਾ ਇਹ ਕਹਿ ਦੇਵੇ ਕਿ ਮੇਰੇ ਘਰ ਵਿੱਚ ਨਾ ਚੌਹਾਂ ਵਿੱਚੋਂ ਕੋਈ ਵੀ ਨਹੀਂ। ਫਰੀਦ ਸਾਹਿਬ ਨੇ ਤੇ ਕਿਹਾ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ ਉੱਚੇ, ਚੜ ਕੇ ਦੇਖਿਆ ਤਾਂ ਘਰ ਕਰ ਇਹ ਹੱਗ। ਮੈਂ ਸਮਝਿਆ ਸੀ ਸ਼ਾਇਦ ਮੇਰੀ ਹੀ ਜ਼ਿੰਦਗੀ ਵਿੱਚ ਦੁੱਖ ਹੈ, ਪਰ ਕਹਿੰਦੇ ਜਦੋਂ ਥੋੜਾ ਜਿਹਾ ਆਪਣੇ ਦੁੱਖ ਤੋਂ ਉਤਾਂ ਹੋ ਕੇ ਵੇਖਿਆ ਤੇ ਮੇਰੇ ਤੋਂ ਵੀ ਬੜੇ ਬੜੇ ਦੁਖੀ ਪਏ ਨੇ। ਆਮ ਸੰਸਾਰ ਵਿੱਚ ਆਪਾਂ ਵੇਖਦੇ ਹਾਂ, ਆਪਣੇ ਤੋਂ ਵੀ ਵੱਧ ਕੋਈ ਦੁਖੀ ਹੈ, ਪਤਾ ਕਿਵੇਂ ਲੱਗਦਾ ਹੈ? ਆਪਣਾ ਦੁੱਖ ਜੇ ਮਨੁੱਖ ਕਿਸੇ ਨੂੰ ਦੱਸ ਰਿਹਾ ਸੀ, ਕਿਸੇ ਨਾਲ ਗੱਲ ਕਰਦਾ ਪਿਆ ਸੀ, ਸਾਹਮਣੇ ਵਾਲੇ ਨੇ ਉਹਦੀ ਗੱਲ ਪੂਰੀ ਅਜੇ ਸੁਣੀ ਨਹੀਂ, ਉਹਨੇ ਆਪਣੀ ਵੀ ਸ਼ੁਰੂ ਕਰ ਦਿੱਤੀ। ਇਹਦਾ ਮਤਲਬ ਹੈ ਤੇਰੇ ਤੋਂ ਵੀ ਵੱਧ ਦੁਖੀ ਹੈ ਜਿਹਦੇ ਨਾਲ ਤੂੰ ਆਪਣਾ ਦੁੱਖ ਸਾਂਝਾ ਕਰਦਾ ਪਿਆ ਹੈ। ਮੈਂ ਸਮਝਿਆ ਸੀ ਸ਼ਾਇਦ ਕਿਤੇ ਮੈਂ ਹੀ ਦੁਖੀ ਹਾਂ, ਪਰ ਕਹਿੰਦੇ ਨਹੀਂ, ਇਹ ਸੰਸਾਰ ਦੇ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਹੈ। ਫਿਰ ਕਿਤੇ ਵੈਰ ਵਿਰੋਧ ਹੈ। ਤੇ ਅੱਜ ਦੇ ਸਮੇਂ ਦੇ ਅੰਦਰ ਸਾਧ ਸੰਗਤ ਜੀ, ਜਿਹੜੀ ਬਿਖਾਦ ਵਾਲੀ ਗੱਲ ਹੈ, ਜਿਹੜੀ ਕਲੇਸ਼ ਵਾਲੀ ਗੱਲ ਹੈ, ਇਹਨੂੰ ਤੇ ਕੋਈ ਕਹਿ ਨਹੀਂ ਨਾ ਸਕਦਾ ਵੀ ਐਸਾ ਨਹੀਂ ਹੁੰਦਾ। ਤਾਂ ਸਤਿਗੁਰਾਂ ਨੂੰ ਬੇਨਤੀ ਕਰੀਏ, ਪਾਤਸ਼ਾਹ ਜੀ ਸਾਡੇ ਤੇ ਜੀਵਨ ਦੇ ਵਿੱਚ ਚਾਰੇ ਦੀਆਂ ਚਾਰੇ ਹੀ ਨੇ, ਕਿਤੇ 2 ਨੇ, ਕਿਤੇ 3 ਨੇ, ਪਰ ਐਸਾ ਤੇ ਕੋਈ ਵੀ ਨਹੀਂ ਜਿੱਥੇ ਇੱਕ ਵੀ ਨਾ ਹੋਏ। ਇਹ ਹੈ ਸਮੱਸਿਆ, ਇਹਦਾ ਸਮਾਧਾਨ ਹੁਣ ਮਹਾਰਾਜ ਦੱਸਦੇ ਨੇ। ਜੇ ਦੁੱਖ ਹੈ ਤਾਂ, ਦੁਸ਼ਮਣੀ ਹੈ ਤਾਂ, ਗਰੀਬੀ ਹੈ ਤਾਂ, ਕਲੇਸ਼ ਹੈ ਤਾਂ, ਤੇਰੇ ਸਾਰੇ ਦੂਰ ਹੋ ਜਾਣਗੇ, ਪਰ ਤੈਨੂੰ ਇੱਕ ਕੰਮ ਕਰਨਾ ਪਏਗਾ। ਮਿਟੰਤ ਸਕਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਦੁੱਖ ਹੈ ਤਾਂ ਮਿਟ ਜਾਏਗਾ, ਗਰੀਬੀ ਹੈ ਤਾਂ ਦੂਰ ਹੋ ਜਾਏਗੀ, ਕਲੇਸ਼ ਝਗੜਾ ਤਾਂ ਹੈ ਤਾਂ ਦੂਰ ਹੋ ਜਾਏਗਾ, ਪਰ ਤੈਨੂੰ ਕੰਮ ਇਹ ਕਰਨਾ ਪਏਗਾ, ਤੈਨੂੰ ਨਾਮ ਜਪਣਾ ਪਵੇਗਾ। ਇਹ ਸਮਾਧਾਨ ਹੈ, ਇਹ ਹੱਲ ਹੈ। ਹੁਣ ਮਨੁੱਖ ਕਹਿੰਦਾ ਵੀ ਨਾਮ ਜਪਿਆ ਦੁੱਖ ਦੂਰ ਕਿਵੇਂ ਹੋਏਗਾ? ਤੇ ਸਾਹਿਬ ਨੇ ਉਦਾਹਰਣ ਦਿੱਤੇ, ਜਿਵੇਂ ਲੱਕੜਾਂ ਦਾ ਬੜਾ ਵੱਡਾ ਢੇਰ ਹੈ, ਜੇ 100 ਮਣ ਲੱਕੜ ਸਾੜਨੀ ਹੈ ਤੇ 100 ਮਣ ਅੱਗ ਨਹੀਂ ਚਾਹੀਦੀ ਉਹਦੇ ਲਈ। ਲੱਕੜਾਂ ਦਾ ਬਹੁਤ ਵੱਡਾ ਢੇਰ ਹੈ, ਇੱਕ ਤੀਲ ਬਾਲ ਕੇ ਲਾਈ, ਲੱਕੜਾਂ ਦਾ ਢੇਰ ਤੇ ਬੜਾ ਵੱਡਾ ਸੀ, ਉਸ ਅੱਗ ਨੇ, ਤੀਲ ਨੇ ਉਹਨੂੰ ਸਾੜ ਕੇ ਨਿੱਕੀ ਜਿਹੀ ਸਵਾਹ ਦੀ ਢੇਰੀ ਕਰ ਦਿੱਤੀ। ਕਹਿੰਦੇ ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਹੈ,
ਇਸ ਲਈ ਸਾਹਿਬ ਨੇ ਕਿਰਪਾ ਕੀਤੀ, ਪ੍ਰਭ ਸਿਮਰਤ ਦੁਖ ਵਿਨਾਸੀ। ਦੁੱਖ ਇੱਕ ਪ੍ਰਕਾਰ ਦਾ ਨਹੀਂ ਤੇ ਗਰੀਬੀ ਵੀ ਇੱਕ ਪ੍ਰਕਾਰ ਦੀ ਨਹੀਂ। ਪੈਸੇ ਦਾ ਨਾ ਹੋਣਾ ਗਰੀਬੀ ਨਹੀਂ। ਮਨੁੱਖ ਦਾ ਜਿਹੜਾ ਪੱਖ ਕਮਜ਼ੋਰ ਹੈ ਨਾ, ਉਹਦਾ ਉਹੀ ਪੱਖ ਉਹ ਗਰੀਬ ਹੈ। ਜਿਹੜਾ ਦੁੱਖ ਹੈ ਇਹ ਵੀ ਇੱਕ ਤਰ੍ਹਾਂ ਦਾ ਨਹੀਂ। ਕਿਸੇ ਕੋਲ ਸੰਤਾਨ ਨਹੀਂ, ਉਹਨੂੰ ਇਹ ਦੁੱਖ ਹੈ। ਕਿਸੇ ਦਾ ਕਾਰੋਬਾਰ ਚੰਗਾ ਨਹੀਂ ਚੱਲਦਾ, ਉਹਨੂੰ ਇਹ ਝੋਰਾ ਹੈ। ਜਿਹੜਾ ਕਿਸੇ ਦਾ ਪੱਖ ਕਮਜ਼ੋਰ ਹੈ, ਜੋ ਲੋੜ ਹੈ, ਉਹੀ ਮਨੁੱਖ ਦਾ ਦੁੱਖ ਹੈ ਤੇ ਉਹੀ ਪੱਖ ਉਸ ਦਾ ਗਰੀਬ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਾਹਿਬ ਦਾ ਘਰ ਐਸਾ ਹੈ, ਇੱਥੇ ਸਾਰੇ ਹੀ ਰੋਗਾਂ ਦੀ ਦਵਾ ਇੱਕ ਪਰਮਾਤਮਾ ਦਾ ਨਾਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਜੈਸੇ ਨਿਰਮਲ ਦਰਪਣ ਮੈਂ ਨਾ ਚਿੱਤਰ ਕਸ਼ ਸਕਲ ਚਰਿੱਤਰ ਚਿੱਤਰ ਦੇਖਤ ਦਿਖਾਵਈ। ਇੱਕ ਡਾਕਟਰ ਕਿਸੇ ਇੱਕ ਰੋਗ ਦਾ ਸਪੈਸ਼ਲਿਸਟ ਹੈ, ਉਹ ਸਿਆਣਾ ਹੈ ਕਿ ਇਹ ਜਿਹੜਾ ਡਾਕਟਰ ਹੈ ਇਹ ਦਵਾ ਦਿੰਦਾ ਹੈ, ਇਸ ਰੋਗ ਦਾ ਬਹੁਤ ਸਿਆਣਾ ਹੈ। ਜੇ ਦੂਜਾ ਰੋਗ ਹੈ ਤੇ ਕਿਸੇ ਹੋਰ ਡਾਕਟਰ ਕੋਲ ਜਾਣਾ ਪਏਗਾ, ਉਹ ਇਸ ਦਾ ਸਪੈਸ਼ਲਿਸਟ ਨਹੀਂ ਹੈ, ਇਸ ਦਾ ਕੋਈ ਹੋਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਘਰ ਐਸਾ ਹੈ, ਇੱਥੇ ਜੋ ਵੀ ਦੁੱਖ ਹੈ, ਕੋਈ ਵੀ ਰੋਗ ਹੈ, ਕੋਈ ਵੀ ਇੱਛਾ ਹੈ, ਇੱਥੇ ਆ ਕੇ ਸਾਰੀਆਂ ਦੀਆਂ ਸਾਰੀਆਂ ਪੂਰੀਆਂ ਹੁੰਦੀਆਂ ਨੇ। ਜਿਵੇਂ ਇੱਕ ਸ਼ੀਸ਼ਾ ਹੈ, ਉਸ ਸ਼ੀਸ਼ੇ ਦੇ ਸਾਹਮਣੇ ਜਿਵੇਂ ਦਾ ਮਨੁੱਖ ਖਲੋਏਗਾ, ਉਹਨੂੰ ਆਪਣਾ ਪਵੇਂ ਦਾ ਦਿਸ ਪਵੇਗਾ। ਗੱਲ ਸਾਡੇ ਆਪਣੇ ਤੇ ਵੀ ਖੜੀ ਹੈ। ਇਹ ਨਹੀਂ ਕਿ ਮਹਾਰਾਜ ਦੇ ਘਰ ਵਿੱਚ ਕੋਈ ਘਾਟਾ ਹੈ। ਘਰ ਤਾਂ ਤੇਰਾ ਸਭ ਕੁਛ ਹੈ, ਸਾਰਾ ਕੁਛ ਹੈ। ਇਹ ਨਹੀਂ ਕਿਹਾ ਬਹੁਤ ਕੁਛ ਹੈ, ਸਾਰਾ ਕੁਛ ਹੈ। ਜਿਵੇਂ ਕੋਈ ਸ਼ੀਸ਼ੇ ਦੇ ਸਾਹਮਣੇ ਜਿਵੇਂ ਦਾ ਖਲੋਏਗਾ, ਉਹਨੂੰ ਆਪਣਾ ਆਪ ਉਸੇ ਤਰ੍ਹਾਂ ਦਾ ਦਿਸ ਪਵੇਗਾ, ਆਪਣਾ ਆਪ ਉਸੇ ਤਰ੍ਹਾਂ ਦਾ ਨਜ਼ਰ ਆਏਗਾ। ਹੁਣ ਗੱਲ ਖਲੋਣ ਵਾਲੇ ਤੇ ਹੈ ਕਿ ਉਸਨੇ ਦਸਤਾਰ ਬੰਨ ਕੇ ਚੁੰਨੀ ਲੈ ਕੇ ਕਿਸ ਤਰ੍ਹਾਂ ਸ਼ੀਸ਼ੇ ਦੇ ਸਾਹਮਣੇ ਖਲੋਣਾ। ਸ਼ੀਸ਼ੇ ਨੇ ਨਹੀਂ ਕਹਿਣਾ ਵੀ ਪੱਗ ਬੰਨ ਕੇ ਆ ਜਾਂ ਚੁੰਨੀ ਲੈ ਕੇ ਆ ਜਾਂ ਇਸ ਤਰ੍ਹਾਂ ਮੇਰੇ ਅੱਗੇ ਖਲੋ ਤੇ ਤਾਂ ਤੂੰ ਮੇਰੇ ਵਿੱਚੋਂ ਆਪਣਾ ਆਪ ਵੇਖ ਸਕੇਂਗਾ। ਜਿਵੇਂ ਦਾ ਤੂੰ ਸਾਹਮਣੇ ਖਲੋਏਗਾ, ਤੈਨੂੰ ਆਪਣਾ ਆਪ ਉਸੇ ਤਰ੍ਹਾਂ ਦਾ ਦਿਸ ਪਏਗਾ। ਠੀਕ ਇਸੇ ਪ੍ਰਕਾਰ ਜਿਵੇਂ ਦੀ ਭਾਵਨਾ ਲੈ ਕੇ ਆਏਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਅੰਦਰ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਤੇ, ਉਸ ਭਾਵਨਾ ਨੂੰ ਭਾਗ ਲੱਗੇਗਾ। ਦੂਜੀ ਉਦਾਹਰਣ ਸਾਹਿਬ ਨੇ ਦਿੱਤੇ, ਜੈਸੇ ਨਿਰਮਲ ਜਲ ਬਰਨ ਅਤੀਤ ਰੀਤ ਸਕਲ ਬਰਨ ਮਿਲ ਬਰਨ ਬਣਾਵਈ। ਪਾਣੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਭਈ ਮੇਰੇ ਵਿੱਚ ਆਹ ਰੰਗ ਤੇ ਤੂੰ ਘੋਲ ਸਕਣਾ ਤੇ ਆਹ ਨਹੀਂ ਘੋਲ ਸਕਦਾ। ਰੰਗ ਘੋਲਣ ਵਾਲੇ ਦੀ ਮਰਜ਼ੀ ਆ, ਉਹਨੇ ਪਾਣੀ ਵਿੱਚ ਰੰਗ ਕਿਹੜਾ ਘੋਲਣਾ ਹੈ। ਜਿਵੇਂ ਦਾ ਘੋਲੇਗਾ ਪਾਣੀ ਵਿੱਚ ਉਸੇ ਤਰ੍ਹਾਂ ਦਾ ਘੁਲ ਜਾਏਗਾ। ਅੱਗੇ ਸਾਹਿਬ ਕਿਰਪਾ ਕਰਦੇ ਨੇ, ਜੈਸ ਤੋਂ ਬਸੁੰਦਰਾ ਸੁਆਦ ਬਾਸਨਾ ਰਹਿਤ ਔਖ ਦੀ ਅਨੇਕ ਰਸ ਗੰਧ ਉਪਜਾਵਈ। ਜਿਹੜੀ ਜ਼ਮੀਨ ਹੈ ਇਹਦੀ ਆਪਣੀ ਕੋਈ ਖਵਾਇਸ਼ ਨਹੀਂ, ਆਪਣੀ ਕੋਈ ਇੱਛਾ ਨਹੀਂ ਭਈ ਮੇਰੇ ਵਿੱਚ ਇੰਨੇ ਸਾਲ ਹੋ ਗਏ ਕਣਕ ਬੀਜਦਿਆਂ, ਇੱਕ ਦੋ ਫਸਲਾਂ ਨੇ ਇਹੀ ਬਾਰ-ਬਾਰ ਲਾਈ ਬੀਜੀ ਜਾਂਦੇ ਹੋ, ਮੇਰਾ ਚਿੱਤ ਮਿੱਠੇ ਤੇ ਕਰਦਾ, ਮੇਰੇ ਵਿੱਚ ਕਮਾਦ ਕਿਉਂ ਨਹੀਂ ਤੁਸੀਂ ਬੀਜਦੇ। ਜ਼ਮੀਨ ਦੀ ਆਪਣੀ ਕੋਈ ਖਵਾਇਸ਼ ਨਹੀਂ। ਜਿਵੇਂ ਦਾ ਬੀਜ ਜ਼ਮੀਨ ਵਿੱਚ ਬੀਜੇਗਾ ਉਸ ਤਰ੍ਹਾਂ ਦੀ ਪ੍ਰਾਪਤੀ ਹੋ ਜਾਏਗੀ। ਇਹ ਹੁਣ ਬੀਜਣ ਵਾਲੇ ਤੇ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਗੁਰੂ ਵੱਲ ਇੱਕ ਕਦਮ ਚੱਲ ਤੇ ਗੁਰੂ ਤੇਰੇ ਵੱਲ ਕਰੋੜਾਂ ਕਦਮ ਚੱਲ ਕੇ ਆਏਗਾ, ਪਰ ਪਹਿਲਾਂ ਇੱਕ ਕਦਮ ਤੈਨੂੰ ਚੱਲਣਾ ਪਵੇਗਾ। ਆਪਾਂ ਫਸਲ ਵੇਖਨੇ ਆ, ਕਣਕ ਦੇ ਇੱਕ ਸਿੱਟੇ ਵਿੱਚ ਕਿੰਨੇ ਬੀਜ ਹੁੰਦੇ ਨੇ। ਉਹ ਬਹੁਤੇ ਬੀਜ ਤਾਂ ਮਿਲੇ ਜੇ ਪਹਿਲਾਂ ਇੱਕ ਬੀਜ ਬੀਜਿਆ ਸੀ। ਤੇ ਜੇ ਇੱਕ ਬੀਜ ਬੀਜਦੇ ਹੀ ਨਾ ਤੇ ਸਿੱਟੇ ਦੀ ਪ੍ਰਾਪਤੀ ਨਹੀਂ ਸੀ ਹੋਣੀ, ਬਹੁਤਿਆਂ ਦੀ ਪ੍ਰਾਪਤੀ ਨਹੀਂ ਸੀ ਹੋਣੀ।
ਇਸ ਲਈ ਜ਼ਮੀਨ ਦੀ ਆਪਣੀ ਕੋਈ ਖਵਾਇਸ਼ ਨਹੀਂ, ਜਿਵੇਂ ਦਾ ਤੂੰ ਬੀਜੇਂਗਾ ਉਵੇਂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ। ਅਖੀਰ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਸਤਿਗੁਰ ਸੇਵ ਅਲਖ ਭੇਵ ਗਤ, ਜੈਸੋ ਜੈਸੋ ਭਾਉ ਤੈਸੋ ਕਾਮ ਨਾ ਪੁਜਾਵਈ। ਜਿਵੇਂ ਸ਼ੀਸ਼ਾ ਕਿਸੇ ਨੂੰ ਜਵਾਬ ਨਹੀਂ ਦਿੰਦਾ, ਪਾਣੀ ਕਿਸੇ ਨੂੰ ਜਵਾਬ ਨਹੀਂ ਦਿੰਦਾ, ਜ਼ਮੀਨ ਕਿਸੇ ਨੂੰ ਜਵਾਬ ਨਹੀਂ ਦਿੰਦੀ ਵੀ ਮੇਰੇ ਵਿੱਚ ਆ ਬੀਜ ਤੇ ਬੀਜ ਤੇ ਆ ਨਾ ਬੀਜੀ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਘਰ ਹੈ। ਇੱਥੇ ਜੋ ਕੁਛ ਕਿਸੇ ਨੇ ਆ ਕੇ ਕੋਈ ਮੰਗਿਆ ਹੈ, ਸਾਹਿਬ ਦੇ ਘਰ ਵਿੱਚੋਂ ਉਹ ਹੀ ਪ੍ਰਾਪਤੀ ਹੋਗੀ। ਪਰ ਇੱਕ ਗੱਲ ਹੈ ਕਿ ਆਪਣੀ ਜਿਹੜੀ ਭਾਵਨਾ ਸਾਡੇ ਅੰਦਰ ਭਰੋਸਾ ਕਿੰਨਾ ਕੁ ਹੈ। ਜਿਵੇਂ ਦਾ ਤੇਰਾ ਭਰੋਸਾ ਹੈ, ਜਿਵੇਂ ਤੇਰੀ ਭਾਵਨਾ ਹੈ, ਬਖਸ਼ਿਸ਼ ਉਸ ਤੇ ਹੋਣੀ ਹੈ, ਭਾਗ ਉਸ ਨੂੰ ਲੱਗਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਉੱਥੇ ਵੀ ਇਹ ਕਿਰਪਾ ਕੀਤੀ ਕਿ ਜਿਹੜਾ ਨਾਮ ਹੈ ਇਹ ਸਿੱਖ ਲਈ ਕਿੰਨਾ ਜ਼ਰੂਰੀ ਹੈ। ਪਿਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦੜਾਏ, ਪਹਿਰ ਰਾਤ ਰਹਿੰਦੀ ਜਾਗ, ਉੱਠ ਸੋਚ ਇਸ਼ਨਾਨ ਕਰ, ਨਾਮ ਜਪ। ਫਿਰ ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ ਕਿ ਜਿਹੜਾ ਨਾਮ ਹੈ ਇਹ ਵੀ ਮਹਾਰਾਜ ਦੀ ਦਾਤ ਹੈ, ਇਹ ਦਾਨ ਦੀ ਤਰ੍ਹਾਂ ਮੰਗਿਆ ਗਿਆ ਹੈ। ਦਾਨਾ ਸਿਰ ਦਾਨ, ਨਾਮ ਦਾਨ। ਨਾਮ ਦੀ ਜਿਹੜੀ ਦਾਤ ਹੈ, ਪਾਤਸ਼ਾਹ ਜੀ ਕਿਰਪਾ ਕਰਕੇ ਇਹ ਬਖਸ਼ ਦਿਓ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੀ ਬਚਨ ਆਪਾਂ ਪੜ੍ਹਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੰਸਾਰ ਦਾ ਪਾਰ ਉਤਾਰਾ ਕੀਤਾ ਤੇ ਸਾਹਿਬ ਜਿੱਥੇ ਵੀ ਗਏ ਨਾਮ ਦੇ ਨਾਲ ਜੋੜਿਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਸਤਨਾਮ ਦੇ ਮੰਤਰ ਦੇ ਨਾਲ ਜੋੜ ਕੇ ਸੰਸਾਰ ਨੂੰ, ਸੰਸਾਰ ਦਾ ਪਾਰ ਉਤਾਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਸੰਸਾਰ ਦਾ ਪਾਰ ਉਤਾਰਾ ਕੀਤਾ। ਜਿੱਥੇ ਵੀ ਗਏ ਸਾਹਿਬ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਿਆ। ਨਾਮ ਸਾਧ ਸੰਗਤ ਜੀ ਹਰ ਕੋਈ ਜਪ ਸਕਦਾ ਹੈ, ਸਿਮਰ ਸਕਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆ ਸਕਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਜਦੋਂ ਪੜ੍ਹੀਏ ਤੇ ਉਹਨਾਂ ਵੀ ਕਿਰਪਾ ਕੀਤੇ। ਨਾਮ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਹਰ ਕਸਬ ਜਹਾਂ ਨਸ਼ਵੋ ਨੁਮਾ ਮੇ ਖਾਹਦ, ਅਸ਼ਪੋ ਸੁਤਰੋ ਫਿਲੋ ਤਿਲਾ ਮੇ ਖਾਹਦ, ਜ਼ੇਬ ਰਾਏ ਖੇਸ ਚੀਜ਼ੇ ਖਾਹਦ, ਗੋਇਆ ये ਖੁਦਾ ਯਾਦੇ ਖੁਦਾ ਮੇ ਖਾਹਦ। ਕਹਿੰਦੇ ਸੰਸਾਰ ਦੇ ਅੰਦਰ ਹਰ ਕੋਈ ਵਧਣਾ ਫੁੱਲਣਾ ਚਾਹੁੰਦਾ ਹੈ, ਪਰ ਕਿਸ ਤਰੀਕੇ ਦੇ ਨਾਲ? ਨਸ਼ਵੋ ਨੁਮਾ, ਵਧਣਾ ਫੁੱਲਣਾ। ਅਸ਼ਪੋ ਸੁਤਰੋ ਫਿਲੋ ਤਿਲਾ ਮੇ ਖਾਹਦ, ਖਾਹਦ ਖਵਾਹਿਸ਼, ਇੱਛਾ। ਕੋਈ ਇਹ ਇੱਛਾ ਰੱਖਦਾ ਹੈ ਮੇਰੇ ਕੋਲ ਘੋੜੇ ਬਹੁਤੇ ਹੋਣ, ਕੋਈ ਇਹ ਰੱਖਦਾ ਹੈ ਊਠ ਬਹੁਤੇ ਹੋਣ, ਕੋਈ ਰੱਖਦਾ ਹੈ ਫਿਲੋ ਹਾਥੀ ਬਹੁਤੇ ਹੋਣ, ਤਿਲਾ ਸੋਨਾ, ਤੇ ਕੋਈ ਕਹਿੰਦਾ ਹੈ ਮੇਰੇ ਕੋਲ ਸੋਨਾ ਬਹੁਤ ਹੋਏ, ਭਾਵ ਕੇ ਰਾਜ ਭਾਗ ਹੋਏ, ਸੰਸਾਰ ਦਾ ਹਰ ਸੁੱਖ ਮੇਰੇ ਕੋਲ ਹੋਏ। ਪਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਖੁਦਾ ਜੀ, ਜੇ ਤੁਸੀਂ ਤਰੁੱਠੇ ਹੋ ਤੇ ਕਿਰਪਾ ਕਰੋ। ਨਾ ਮੈਨੂੰ ਘੋੜੇ ਚਾਹੀਦੇ ਨੇ, ਨਾ ਹਾਥੀ ਚਾਹੀਦੇ ਨੇ, ਨਾ ਊਠ ਚਾਹੀਦੇ ਨੇ, ਨਾ ਸੋਨਾ ਚਾਹੀਦਾ ਹੈ। ਹੇ ਖੁਦਾ, ਆਪਣੀ ਯਾਦ ਦੀ ਦਾਤ ਮੈਨੂੰ ਬਖਸ਼ ਦਿਓ। ਮੈਂ ਸਵਾਸ ਸਵਾਸ ਤੁਹਾਡੇ ਨਾਮ ਦੇ ਨਾਲ ਜੁੜਿਆ ਰਵਾਂ। ਗੋਇਆ ये ਖੁਦਾ ਯਾਦੇ ਖੁਦਾ ਮੈਂ ਖਾਹਦ, ਤੇਰੀ ਯਾਦ ਦੇ ਅੰਦਰ ਮੈਂ ਜੁੜਿਆ ਰਵਾਂ। ਆਸਾ ਰਾਗ ਦੇ ਅੰਦਰ ਫਰੀਦ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, आप लिए लड़ लाए दर दर वेश से, तिन धन जनेंदी माऊ आए सफल से, परवदगार अपार अगम बेअंत तू, जिन्ना पछाता सच चुम्मा पैर मुंह, तेरी पने खुदाए तू बख्शंदगी, शेख फरीदा खैर दीजै बंदगी। हे खुदा, हे अकाल पुरख वाहिगुरु जी,
ਮੈਨੂੰ ਕਿਰਪਾ ਕਰਕੇ ਬੰਦਗੀ ਦੀ ਦਾਤ ਬਖਸ਼ ਦਿਓ। ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਜਿਹੜਾ ਨਾਮ ਹੈ ਇਹਨੂੰ ਸਿਮਰ। ਨਾਮ ਜਪਣ ਦੇ ਨਾਲ, ਸਿਮਰਨ ਕਰਨ ਦੇ ਨਾਲ ਜਿਹੜੇ ਤੇਰੇ ਦੁੱਖ ਨੇ ਉਹ ਦੂਰ ਹੋ ਜਾਣਗੇ। ਤੇ ਫਰੀਦ ਸਾਹਿਬ ਨੇ ਸ਼ਲੋਕਾਂ ਵਿੱਚ ਹੋਰ ਬਖਸ਼ਿਸ਼ ਕੀਤੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾਂ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਸੰਸਾਰ ਦੇ ਅੰਦਰ ਇਹ ਚੀਜ਼ਾਂ ਤੇ ਸਾਰੀਆਂ ਮਿੱਠੀਆਂ ਨੇ, ਭਾਵੇਂ ਸ਼ੱਕਰ ਹੈ, ਖੰਡ ਹੈ, ਦੁੱਧ ਹੈ, ਅੰਮ੍ਰਿਤ ਸਮਾਨ ਹੈ। ਨਿਵਾਤ ਕਹਿੰਦੇ ਮਿਸ਼ਰੀ ਨੂੰ ਧਿਆਨ ਦੇਣਾ। ਅਰਬੀ ਭਾਸ਼ਾ ਦੇ ਵਿੱਚ ਨਿਵਾਤ ਕਹਿੰਦੇ ਨੇ ਸਬਜ਼ੀ ਨੂੰ, ਫਾਰਸੀ ਭਾਸ਼ਾ ਵਿੱਚ ਨਿਵਾਤ ਕਹਿੰਦੇ ਨੇ ਮਿਸ਼ਰੀ ਨੂੰ, ਸੰਸਕ੍ਰਿਤ ਭਾਸ਼ਾ ਵਿੱਚ ਨਿਵਾਤ ਕਹਿੰਦੇ ਨੇ ਘਰ ਨੂੰ। ਨਿਵਾਤ ਉਹਨੂੰ ਵੀ ਕਿਹਾ ਜਾਂਦਾ ਹੈ ਜਦੋਂ ਹਵਾ ਰੁਕ ਜਾ ਤੇ ਬੜੀ ਗਰਮੀ ਹੋਏ ਤੇ ਸਿਆਣੇ ਕਹਿੰਦੇ ਨੇ ਬੜਾ ਵੱਟ ਲੱਗਾ, ਉਹਨੂੰ ਵੀ ਨਿਵਾਤ ਕਿਹਾ ਜਾਂਦਾ ਹੈ। ਇੱਕ ਹੋਰ ਭਾਸ਼ਾ ਉਹਦੇ ਵਿੱਚ ਨਿਵਾਤ ਸੰਜੋਹ ਨੂੰ ਵੀ ਕਹਿੰਦੇ ਨੇ, ਜਿਹੜੀ ਜੰਗਾਂ ਯੁੱਧਾਂ ਦੇ ਵੇਲੇ ਪਾਉਂਦੇ ਹੁੰਦੇ ਸਨ। ਤਾਂ ਇੱਥੇ ਜੋ ਨਿਵਾਤ ਹੈ, ਨਿਵਾਤ ਦੇ ਅਰਥ ਨੇ ਮਿਸ਼ਰੀ। ਹੇ ਖੁਦਾ ਅਕਾਲ ਪੁਰਖ ਵਾਹਿਗੁਰੂ ਜੀ, ਚੀਜ਼ਾਂ ਤੇ ਸਾਰੀਆਂ ਮਿੱਠੀਆਂ ਨੇ, ਪਰ ਤੁਹਾਡੇ ਨਾਮ ਤੋਂ ਵੱਧ ਕੇ ਕੁਝ ਵੀ ਮਿੱਠਾ ਨਹੀਂ। ਤੇ ਕਬੀਰ ਸਾਹਿਬ ਇਹ ਬਖਸ਼ਿਸ਼ ਕਰਦੇ ਨੇ, ਜਿਹੜੇ ਸਵਾਸ ਸਾਡੇ ਨਾਮ ਜਪਦੇ ਆ ਉਹ ਲੇਖੇ ਵਿੱਚ ਲੱਗ ਜਾਂਦੇ ਨੇ। ਜਦੋਂ ਆਪਾਂ ਸਾਧ ਸੰਗਤ ਕਰਨੇ ਆ, ਸੇਵਾ ਕਰਦੇ ਆ, ਸਿਮਰਨ ਕਰਨੇ ਆ, ਉਹ ਜਿਹੜੇ ਸਵਾਸ ਲੈ ਰਹੇ ਆ ਉਹ ਸਵਾਸ ਲੇਖੇ ਵਿੱਚ ਲੱਗ ਗਿਆ। ਕਿਵੇਂ? ਜਿਸ ਪ੍ਰਕਾਰ ਪੁਰਾਣੇ ਸਮੇਂ ਦੇ ਵਿੱਚ ਹੱਥਾਂ ਵਾਲੀਆਂ ਚੱਕੀਆਂ ਤੇ ਕਣਕ ਪੀਂਦੇ ਹੁੰਦੇ ਸਨ, ਉਹ ਆਟਾ ਪੀਸਣਾ, ਕਣਕ ਪੀਸਣੀ, ਤੇ ਜਿਹੜੀ ਬੀਬੀ ਭੈਣ ਨੇ ਕਣਕ ਪੀਣੀ ਚੱਕੀ ਨੂੰ, ਉਹਨੂੰ ਗੇੜਨਾ, ਘੁਮਾਣਾ, ਚਲਾਣਾ, ਉਹਨੂੰ ਕੁਛ ਦਾਣੇ ਉਹ ਨਾਲ ਨਾਲ ਚੱਬਦੀ ਹੁੰਦੀ ਸੀ, ਉਹਨੇ ਕੁਛ ਦਾਣੇ ਖਾ ਲੈਣੇ। ਕਬੀਰ ਕੀਚੜ ਆਟਾ ਗਿਰ ਪਰਿਓ, ਕਿਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ, ਸੋਈ ਨਿਭਿਓ ਸਾਥ। ਆਟਾ ਉਹਨੇ ਕਣਕ ਪੀ ਲਈ ਤੇ ਆਟਾ ਲੈ ਕੇ ਲੱਗੀ ਆਉਂਦੀ ਹੈ, ਜਿਹੜੇ ਰਾਹ ਤੋਂ ਲੰਘਦੀ ਪਈ ਆ ਉੱਥੇ ਬੜਾ ਚਿੱਕੜ ਹੈ। ਜਿਹੜਾ ਆਟਾ ਪੀਸ ਕੇ ਲਿਆਉਂਦੀ ਪਈ ਆ ਉਹ ਚਿੱਕੜ ਦੇ ਵਿੱਚ ਡਿੱਗ ਪਿਆ, ਗਾਰੇ ਵਿੱਚ ਰਲ ਗਿਆ। ਉਹ ਹੁਣ ਨਾ ਤੇ ਚੁੱਕਿਆ ਜਾਂਦਾ ਹੈ, ਨਾ ਉਹਨੇ ਇਕੱਠਿਆਂ ਹੋਣਾ, ਤੇ ਨਾ ਉਹਦੇ ਪ੍ਰਸ਼ਾਦੇ ਪੱਕਣੇ ਨੇ। ਉਹਨੂੰ ਬਚਿਆ ਕੀ ਕਣਕ ਵਿੱਚੋਂ? ਕਣਕ ਪੀਂਦਿਆਂ ਪੀਂਦਿਆਂ ਜਿਹੜੇ ਦਾਣੇ ਚੱਬ ਲੈ ਉਹ ਬਚੇ, ਬਾਕੀ ਸਾਰੇ ਮਿੱਟੀ ਚ ਰਲ ਗਏ, ਚਿੱਕੜ ਚ ਰਲ ਗਏ। ਕਬੀਰ ਸਾਹਿਬ ਕਹਿੰਦੇ ਨੇ ਠੀਕ ਇਸੇ ਪ੍ਰਕਾਰ ਨਾਮ ਜਪਦੇ ਆ ਜਿਹੜੇ ਸੁਵਾਸ ਲੈ, ਉਹ ਤੇ ਥਾਏ ਪੈ ਗਿਆ, ਉਹ ਤੇ ਸਫਲ ਹੋ ਗਏ। ਤੇ ਜਿਹੜੇ ਸੁਵਾਸ ਨਾਮ ਤੋਂ ਬਿਨਾ, ਉਹ ਇਸ ਤਰ੍ਹਾਂ ਜਿਵੇਂ ਆਟਾ ਚਿੱਕੜ ਵਿੱਚ ਡਿੱਗ ਪਿਆ, ਉਹ ਆਟਾ ਹੁਣ ਕਿਸੇ ਕੰਮ ਦਾ ਨਹੀਂ ਰਹਿ ਗਿਆ, ਉਹਨੇ ਕਿਸੇ ਲੇਖੇ ਦੇ ਵਿੱਚ ਨਹੀਂ ਪੈਣਾ। ਜਿੰਨੇ ਵੀ ਸੰਸਾਰ ਤੇ ਬੀਜ ਨੇ, ਫਸਲਾਂ ਨੇ, ਹਰ ਕਿਸੇ ਦਾ ਬੀਜਣ ਦਾ ਵੀ ਵੇਲਾ ਹੈ ਤੇ ਵੱਢਣ ਦਾ ਵੀ ਵੇਲਾ ਹੈ। ਇਹ ਜਿਹੜੀ ਫਸਲ ਹੈ ਹੁਣ ਇਹ ਬੀਜਣੀ ਹੈ, ਹੁਣ ਇਹ ਵੱਢਣੀ ਹੈ। ਸਾਧ ਸੰਗਤ ਜੀ, ਨਾਮ ਐਸਾ ਬੀਜ ਹੈ ਜਿਹੜਾ ਮਨੁੱਖ 12 ਮਹੀਨੇ ਹੀ ਬੀਜ ਸਕਦਾ ਤੇ 12 ਮਹੀਨੇ ਹੀ ਵੱਢ ਸਕਦਾ, ਕਿਸੇ ਵੇਲੇ ਵੀ ਬੀਜ ਸਕਦਾ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, 12 ਦੇ 12 ਮਹੀਨੇ ਫਲਦਾ ਹੈ। ਹਾਂ, ਇੱਥੇ ਇੱਕ ਗੱਲ ਹੈ, ਧਰਮ ਦੀ ਦੁਨੀਆ ਦੇ ਵਿੱਚ ਪਰਮਾਰਥ ਦੇ ਰਾਹ ਦੇ ਅੰਦਰ ਮਨੁੱਖ ਕਈ ਵਾਰ ਕਾਹਲਾ ਪੈ ਜਾਂਦਾ ਹੈ। ਸਵੇਰੇ ਅਰਦਾਸ ਕੀਤੀ ਜਾਂ ਕਰਾਈਏ, ਸ਼ਾਮੀ ਮਿਲਿਆ ਕਿਉਂ ਨਹੀਂ? ਕਦੀ ਕਿਸੇ ਕਿਹਾ ਵੀ ਸਵੇਰੇ ਬੱਚਾ ਸਕੂਲ ਛੱਡ ਕੇ ਆਏ ਆ, ਸ਼ਾਮ ਨੂੰ ਇਹਨੂੰ ਸਰਟੀਫਿਕੇਟ ਦਿਓ, ਕਲਾਸ ਪਾਸ ਕਰ ਗਿਆ। ਉਹ ਟਾਈਮ ਤੇ ਉਹਨੂੰ ਲੱਗੇਗਾ ਨਾ, ਸਮਾਂ ਉਹਨੂੰ ਲੱਗੇਗਾ, ਕੁਛ ਘਾਲ ਨਹੀਂ ਪਵੇਗੀ। ਨਾ ਹੀ ਕਦੀ ਕਿਸੇ ਨੇ ਐਸਾ ਕੀਤਾ ਹੈ ਕਿ ਸਵੇਰੇ ਵੀ ਬੀਜ ਕੇ ਆਏ ਤੇ ਸ਼ਾਮ ਨੂੰ ਕਿਹਾ ਹੋਏ ਵੀ ਚਲੋ ਪੈਲੀ ਤੇ ਚਲੀਏ, ਖੇਤਾਂ ਨੂੰ ਚਲੀਏ, ਸਵੇਰੇ ਬੀਜਿਆ ਸੀ ਤੇ ਹੁਣ ਵੱਢ ਕੇ ਲਿਆਈਏ। ਨਹੀਂ, ਸਭ ਨੂੰ ਪਤਾ ਇਹਨੂੰ ਟਾਈਮ ਲੱਗੇਗਾ, ਸਮਾਂ ਲੱਗੇਗਾ। ਠੀਕ ਇਸੇ ਪ੍ਰਕਾਰ ਨਾਮ ਜਪਦਾ ਰਹਿ,
ਸਿਮਰਨ ਕਰਦਾ ਰਹਿ, ਉਹਦੀ ਬੰਦਗੀ ਅੰਦਰ ਜੁੜਿਆ ਰਹੋ। ਸਮਾਂ ਆਏਗਾ ਜੋ ਤੂੰ ਮੰਗਣਾ ਹੈ ਮਹਾਰਾਜ ਆਪ ਬਖਸ਼ਿਸ਼ ਕਰਕੇ ਦਾਤ ਤੇਰੀ ਝੋਲੀ ਦੇ ਵਿੱਚ ਪਾ ਦੇਣਗੇ, ਕਿਉਂਕਿ ਹਰ ਚੀਜ਼ ਨੂੰ ਸਮਾਂ ਚਾਹੀਦਾ ਹੈ। ਤਾਂ ਇਸ ਲਈ ਬੀਜ ਐਸਾ, ਨਾਮ ਐਸਾ ਬੀਜ ਹੈ, ਇਹ 12 ਦੇ 12 ਮਹੀਨੇ ਫਲਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਸਾਹਿਬ ਜੀ ਜਿੱਥੇ ਵੀ ਗਏ ਨਾਮ ਦੇ ਨਾਲ ਸੰਸਾਰ ਨੂੰ ਜੋੜਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਿੰਨੇ ਵੀ ਮਿਲੇ ਸਵਾਲੀ ਮਿਲੇ। ਇੱਥੋਂ ਤੱਕ ਇੱਕ ਬਾਣੀ ਦਾ ਨਾਮ ਹੀ ਸਿੱਧ ਗੋਸ਼ਟ ਹੈ। ਸਿੱਧਾਂ ਦੇ ਸਵਾਲ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਵਾਬ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਿੰਨੇ ਵੀ ਮਿਲੇ ਸਵਾਲੀ ਮਿਲੇ। ਕਿਸੇ ਦੇ ਮਨ ਦਾ ਕੋਈ ਸਵਾਲ ਸੀ, ਕਿਸੇ ਦੇ ਅੰਦਰ ਦਾ ਕੋਈ ਸਵਾਲ ਸੀ। ਸਾਹਿਬ ਬਖਸ਼ਿਸ਼ ਕਰਦੇ ਸਨ, ਉਹਦੇ ਕੰਮ ਦੀ ਉਦਾਹਰਣ ਦੇ ਕੇ ਉਹਨੂੰ ਨਾਮ ਦੇ ਨਾਲ, ਵਾਹਿਗੁਰੂ ਦੇ ਨਾਲ ਜੋੜ ਦਿੰਦੇ ਸਨ। ਜਿਸ ਦਿਨ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੇ ਦਿਨ ਮਹਾਰਾਜ ਦੇ ਦਰਸ਼ਨ ਕੀਤੇ ਸਨ ਗੁਰੂ ਨਾਨਕ ਦੇਵ ਜੀ ਦੇ, ਤੇ ਸਾਹਿਬ ਨੇ ਨਾਮ ਦਾ ਉਪਦੇਸ਼ ਕੀਤਾ ਸੀ। ਨਾਮ ਸਤ ਹੈ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਸਦਾ ਰਹਿਣ ਵਾਲਾ ਹੈ, ਨਾਮ ਨੂੰ ਜਪਣਾ ਹੈ। ਜਦੋਂ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਜੀਵਨ ਸਫਲ ਕਿਵੇਂ ਹੋਏ, ਤੇ ਸਾਹਿਬ ਨੇ ਕਿਹਾ ਸੀ ਬਾਲਕ ਤੇਰਾ ਨਾਂ ਕੀ ਹੈ? ਪਾਤਸ਼ਾਹ ਜੀ ਮੇਰਾ ਨਾਂ ਬੂੜਾ ਹੈ। ਤੇਰੀਆਂ ਗੱਲਾਂ ਸਿਆਣਿਆਂ ਵਾਲੀਆਂ ਨੇ, ਬੁੱਢੇ ਤੋਂ ਭਾਵ ਕਿ ਸਿਆਣਾ। ਤੇਰੀਆਂ ਗੱਲਾਂ ਸਿਆਣਿਆਂ ਵਾਲੀਆਂ ਨੇ, ਬੁੱਢਿਆਂ ਵਾਲੀਆਂ ਨੇ। ਅੱਜ ਤੋਂ ਤੇਰਾ ਨਾਂ ਬੂੜਾ ਨਹੀਂ, ਅੱਜ ਤੋਂ ਤੇਰਾ ਨਾਂ ਬੁੱਢਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਬੇਨਤੀ ਕੀਤੀ। ਜਦੋਂ ਮਹਾਰਾਜ ਨੇ ਕਿਹਾ ਨਾ ਤੈਨੂੰ ਇੰਨੀ ਨਿੱਕੀ ਉਮਰੇ ਕਿਵੇਂ ਇਸ ਗੱਲ ਦੀ ਸੋਝੀ ਹੋ ਗਈ ਕਿ ਜੀਵਨ ਸਫਲ ਹੋ ਜਾਏ? ਕਹਿਣ ਲੱਗੇ ਪਾਤਸ਼ਾਹ ਜੀ ਸਵੇਰੇ ਮਾਂ ਪ੍ਰਸ਼ਾਦੇ ਪਕਾਉਂਦੀ ਪਈ ਸੀ, ਚੁੱਲ੍ਹ ਵਿੱਚ ਅੱਗ ਬਲਦੀ ਸੀ, ਮੈਂ ਮਾਤਾ ਦੇ ਕੋਲ ਬੈਠਾ ਸਾਂ। ਬਲਦੀ ਅੱਗ ਮੈਂ ਵੇਖੀ, ਅੱਗ ਨਿੱਕੀਆਂ ਲੱਕੜਾਂ ਨੂੰ ਪਹਿਲਾਂ ਪੈ ਗਈ, ਛੋਟੀਆਂ ਲੱਕੜਾਂ ਪਹਿਲਾਂ ਸੜ ਗਈਆਂ ਤੇ ਵੱਡੀਆਂ ਅਜੇ ਬਲਦੀਆਂ ਪਈਆਂ ਸਨ। ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਅੱਗ ਲੱਕੜ ਨਹੀਂ ਵੇਖਦੀ ਵੱਡੀ ਕਿਹੜੀ ਹੈ ਤੇ ਛੋਟੀ ਕਿਹੜੀ ਹੈ, ਮੌਤ ਉਮਰ ਨਹੀਂ ਵੇਖਦੀ, ਮੌਤ ਸਰੀਰ ਨਹੀਂ ਵੇਖਦੀ, ਵੱਡਾ ਕਿਹੜਾ ਹੈ ਤੇ ਛੋਟਾ ਕਿਹੜਾ ਹੈ। ਇਸ ਤੋਂ ਪਹਿਲਾਂ ਉਹ ਸਮਾਂ ਆ ਜਾਵੇ ਤੇ ਮੈਂ ਆਪਣਾ ਜਨਮ ਸਫਲ ਕਰ ਲਵਾਂ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਨ 1506 ਦੇ ਵਿੱਚ ਹੁੰਦਾ। ਧਿਆਨ ਦੇਣਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ 1469 ਦਾ ਹੈ। ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਉਮਰ ਦੇ ਵਿੱਚ 37 ਸਾਲ ਛੋਟੇ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ 1504 ਦਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ 1506। ਬਾਬਾ ਬੁੱਢਾ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਉਮਰ ਦੇ ਵਿੱਚ 2 ਸਾਲ ਛੋਟੇ ਨੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ 1479 ਦਾ ਹੈ, ਇੱਕ ਘੱਟ 80 ਦਾ। ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਉਮਰ ਦੇ ਵਿੱਚ 27 ਸਾਲ ਛੋਟੇ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਸਨ 1534 ਦਾ ਹੈ। ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੋਂ ਉਮਰ ਦੇ ਵਿੱਚ 28 ਸਾਲ ਵੱਡੇ ਨੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਨ 1563 ਦਾ ਹੈ। ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਉਮਰ ਦੇ ਵਿੱਚ 57 ਸਾਲ ਵੱਡੇ ਨੇ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਨਾਮ ਦਾ ਉਪਦੇਸ਼ ਕੀਤਾ, ਨਾਮ ਦੇ ਨਾਲ ਜੋੜਿਆ। ਨਾਮ ਜਪ ਕੇ ਸਾਰੇ ਦੇ ਸਾਰੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ। ਹੁਣ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸਿਫਤ ਸਲਾਹ ਹੈ, ਕੋਈ ਖੁਦਾ ਖੁਦਾ ਕਰਦਾ ਹੈ, ਕੋਈ ਰਾਮ ਰਾਮ ਕਰਦਾ ਹੈ, ਕੋਈ ਅੱਲਾ ਅੱਲਾ ਕਰਦਾ ਹੈ। ਸਭ ਮੁਬਾਰਕ ਨੇ। ਜਿਹਨੂੰ ਕੋਈ ਜਪਦਾ ਉਹਦਾ ਫਿਰ ਪੱਕਾ ਧਾਰਨੀ ਹੋਣਾ ਚਾਹੀਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਅਨੇਕਾਂ ਹੀ ਤਰੀਕਿਆਂ ਦੇ ਨਾਲ ਸੰਸਾਰ ਕਰਦਾ ਹੈ।
हाँ, गुरु अर्जन देव जी महाराज जी ने सुखमणी साहब अंदर कृपा की, सावधान एकाग्र चेत नाम जपीए यतन करिए साडा जिहड़ा चित्त है ना वो भी हाजिर रहे। बहुतात ऐसा हुंदा है मनुख दा मन दो समयां विच रहिंदा है, बेत गए दियां यादां ते आउण वाले दी चिंता, या ते आपां सोचने पए आ ਜਿਹੜਾ ਕੰਮ ਅਸੀਂ ਕਰਕੇ ਆਏ ਆ, ਜਿਹੜਾ ਸਮਾਂ ਨਿਕਲ ਗਿਆ ਉਹਦੇ ਬਾਰੇ ਸੋਚੀ ਜਾ ਰਹੇ ਆ, ਜਾਂ ਸੋਚਦੇ ਪਏ ਆ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਕੀ ਕਰਨਾ ਤੇ ਕਿਵੇਂ ਕਰਨਾ। ਕੋਲ ਇਹਦੇ ਦੋਵੇਂ ਕੋਈ ਨਹੀਂ, ਇੱਕ ਬੀਤ ਗਿਆ, ਦੂਜਾ ਜੇ ਆਉਣਾ ਤੇ ਪਤਾ ਨਹੀਂ ਕਿਵੇਂ ਦਾ ਆਉਣਾ ਹੈ। ਮਨੁੱਖ ਦਾ ਮਨ ਹਮੇਸ਼ਾ ਦੋ ਸਮਿਆਂ ਵਿੱਚ ਰਹਿੰਦਾ ਹੈ, ਬੀਤ ਗਏ ਦੀਆਂ ਯਾਦਾਂ ਤੇ ਆਉਣ ਵਾਲੇ ਦੀ ਚਿੰਤਾ ਦੇ ਵਿੱਚ। ਤਾਂ ਸਾਹਿਬ ਨੇ ਜਦੋਂ ਨਮਾਜ਼ ਵਾਲੀ ਗੱਲ ਆਉਂਦੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਹਾ ਵੀ ਚਲੋ ਆਓ ਸਾਡੇ ਨਾਲ ਨਮਾਜ਼ ਪੜੋ, ਉੱਥੇ ਇਹੀ ਕੁਛ ਤੇ ਹੋ ਰਿਹਾ ਸੀ। ਚਿੱਤ ਇਕਾਗਰ ਨਹੀਂ ਸੀ, ਜਿਹੜਾ ਸਰੀਰ ਹੈ ਉਹ ਸਾਰਾ ਕੁਛ ਕਰ ਰਿਹਾ ਸੀ ਪਰ ਧਿਆਨ ਕਿਤੇ ਹੋਰ ਸੀ। ਮੈਂ ਥੋੜੀ ਜਿਹੀ ਬੇਨਤੀ ਕਰਦੇ ਹਾਂ, ਸੁਲਤਾਨਪੁਰ 11ਵੀਂ ਸਦੀ ਦੇ ਵਿੱਚ ਮਹਿਮੂਦ ਗਜ਼ਨਵੀ ਇਹਦਾ ਫੌਜਦਾਰ ਸੀ। ਸੁਲਤਾਨ ਖਾਨ ਲੋਧੀ ਇਹਨੇ ਆਪਣੇ ਨਾਂ ਤੇ ਸੁਲਤਾਨਪੁਰ ਲੋਧੀ ਵਸਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਥੇ ਬੜੀਆਂ ਰਹਿਮਤਾਂ ਬੜੀਆਂ ਬਖਸ਼ਿਸ਼ਾਂ ਵਰਤਾਈਆਂ। ਭਾਈ ਜੈ ਰਾਮ ਜੀ ਇੱਥੇ ਨੇ, ਬੇਬੇ ਨਾਨਕੀ ਜੀ ਇੱਥੇ ਹੀ ਵਿਆਹੇ ਹੋਏ ਨੇ, ਆਪਣੇ ਨਾਂ ਤੇ ਉਹਨਾਂ ਨੇ ਵਸਾਇਆ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈ ਵਿੱਚੋਂ ਬਾਹਰ ਆਉਂਦੇ ਨੇ ਤੇ ਸਾਹਿਬ ਨੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ। ਜਿਹੜਾ ਕਾਜੀ ਸੀ ਉਹ ਕਹਿਣ ਲੱਗਾ ਚਲੋ ਆਓ ਫਿਰ ਸਾਡੇ ਨਾਲ ਨਮਾਜ਼ ਅਦਾ ਕਰੋ, ਨਮਾਜ਼ ਪੜੋ। ਜਿਹੜੀ 5 ਵਕਤ ਦੀ ਨਮਾਜ਼ ਹੈ ਉਹ ਹਦੀਸਾਂ ਅਨੁਸਾਰ ਹਰ ਮੁਸਲਮਾਨ ਲਈ ਲਾਜ਼ਮੀ ਹੈ। ਸੁਲਤਾਨੁਲ ਫਜਰ, ਅਸਰ, ਜ਼ੋਹਰ, ਮਗਰਿਬ ਤੇ ਇਸ਼ਾ, ਇਹ 5 ਨਮਾਜ਼ਾਂ ਨੇ। ਕਹਿਣ ਲੱਗੇ ਨਮਾਜ਼ ਅਦਾ ਕਰੋ, ਨਮਾਜ਼ ਅਦਾ ਹੋ ਗਈ। ਅਖੀਰ ਵਿੱਚ ਕਹਿੰਦੇ ਨੇ ਤੁਸੀਂ ਤੋਹੀਨ ਕੀਤੀ ਹੈ, ਤੁਸੀਂ ਝੁਕੇ ਨਹੀਂ ਗਏ। ਮਹਾਰਾਜ ਨੇ ਕਿਹਾ ਮੈਂ ਨਮਾਜ਼ ਅਦਾ ਕਿਹਦੇ ਨਾਲ ਕਰਦਾ? ਕਾਜੀ ਦਾ ਧਿਆਨ ਘਰ ਸੀ, ਨਵਾਬ ਕਹਿੰਦਾ ਮੇਰੇ ਨਾਲ ਪੜ੍ਹ ਲੈਣੀ ਸੀ। ਕਹਿੰਦੇ ਤੁਸੀਂ ਕਾਬਲ ਕੰਧਾਰ ਵਿੱਚ ਘੋੜੇ ਖਰੀਦਦੇ ਪੈਸੋ। ਕਾਜੀ ਨੂੰ ਇਹ ਸੀ ਘੋੜੀ ਸੂਣ ਵਾਲੀ ਹੈ, ਵਿਸ਼ੇਰਾ ਕਿਤੇ ਖੂਹ 'ਚ ਨਾ ਡਿੱਗ ਪਏ, ਧਿਆਨ ਦੇਣਾ। ਅਰਬੀ ਭਾਸ਼ਾ ਦਾ ਸ਼ਬਦ ਹੈ ਕਜ਼ਾ। ਕਾਜੀ ਲਫ਼ਜ਼ ਕਿਵੇਂ ਬਣਿਆ? ਅਰਬੀ ਭਾਸ਼ਾ ਦੇ ਵਿੱਚ ਕਜ਼ਾ ਕਹਿੰਦੇ ਨੇ ਨਿਆਂ ਨੂੰ, ਇਨਸਾਫ, ਜਸਟਿਸ। ਸਭ ਤੋਂ ਪਹਿਲਾਂ 634 ਤੋਂ ਲੈ ਕੇ 644 ਤੱਕ 10 ਸਾਲ ਹਜ਼ਰਤ ਉਮਰ ਨੇ ਰਾਜ ਕੀਤਾ। ਇਸਲਾਮ ਦਾ ਦਾਇਰਾ ਵਧਣ ਕਰਕੇ ਉਹਨੇ ਕੁਝ ਕਾਜੀ ਨਿਆਂ ਅਧਿਕਾਰੀ ਨਿਯੁਕਤ ਕੀਤੇ। ਉਹਨਾਂ ਦਾ ਕੰਮ ਸੀ ਤੁਸੀਂ ਇਹ ਦੱਸਣਾ ਸੱਚ ਕੀ ਹੈ ਝੂਠ ਕੀ ਹੈ, ਨਿਆਂ ਅਸੀਂ ਆਪ ਕਰਾਂਗੇ। ਪਰ ਹੌਲੀ ਹੌਲੀ ਕਰਕੇ ਸਾਰਾ ਜਿਹੜਾ ਸਿਸਟਮ ਸੀ ਉਹ ਕਾਜੀ ਆਪਣੇ ਹੱਥ ਵਿੱਚ ਲੈ ਗਿਆ। ਮੁਸਲਮਾਨ ਅੱਗੇ ਜਿਵੇਂ ਸਮਾਂ ਆਉਂਦਾ ਹੈ ਸਾਹਿਬਜ਼ਾਦਿਆਂ ਨੂੰ ਜਦੋਂ ਫਤਵੇ ਸੁਣਾਏ ਜਾਂਦੇ ਨੇ ਤਾਂ ਕਜ਼ਾ ਲਫ਼ਜ਼ ਤੋਂ ਕਾਜੀ ਬਣਿਆ। ਬੇਬੇ ਨਾਨਕੀ ਵੀ ਇੱਥੇ ਸੁਲਤਾਨਪੁਰ ਸੀ ਤੇ ਸਿੱਖ ਇਤਿਹਾਸ ਵਿੱਚ 3 ਨਾਨਕੀਆਂ ਹੋਈਆਂ ਨੇ, ਬੇਬੇ ਨਾਨਕੀ, ਮਾਤਾ ਨਾਨਕੀ ਤੇ ਬੀਬੀ ਨਾਨਕੀ। ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਭੈਣ, ਮਾਤਾ ਨਾਨਕੀ 6ਵੇਂ ਪਾਤਸ਼ਾਹ ਦੇ ਮਹਿਲ, 9ਵੇਂ ਪਾਤਸ਼ਾਹ ਦੇ ਮਾਤਾ, 10ਵੇਂ ਪਾਤਸ਼ਾਹ ਦੇ ਦਾਦੀ ਜੀ ਮਾਤਾ ਨਾਨਕੀ। ਬੀਬੀ ਨਾਨਕੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਧੀ, ਕੰਵਰ ਨੌ ਨਿਹਾਲ ਸਿੰਘ ਦੇ ਘਰ ਵਾਲੀ, ਮਹਾਰਾਜਾ ਖੜਕ ਸਿੰਘ ਦੀ ਨੂੰਹ, ਮਹਾਰਾਜਾ ਰਣਜੀਤ ਸਿੰਘ ਦੇ ਪੋਤਰਿਓ ਨੂੰ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਨਾਂ ਚੜਤ ਸਿੰਘ ਸੀ, ਉਹਨਾਂ ਦੇ ਪਿਤਾ ਦਾ ਨਾਂ ਅੱਗੇ ਨੌਦ ਸਿੰਘ ਸੀ, ਨੌਦ ਸਿੰਘ ਦੇ ਪਿਤਾ ਦਾ ਨਾਂ ਅੱਗੇ ਬੁੱਧ ਸਿੰਘ ਸੀ। ਇਹ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਸਨ ਸਿੱਖ ਇਤਿਹਾਸ ਵਿੱਚ, ਜੋ 12 ਮਿਸਲਾਂ ਨੇ, ਜੋ ਸਰਦਾਰ ਚੜਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਉਹ ਸ਼ੁਕਰ ਚੱਕੀਆ ਇਸ ਮਿਸਲ ਦੇ ਮੁਖੀ ਸਨ। ਜਿਹੜੀਆਂ 12 ਮਿਸਲਾਂ ਨੇ ਸਿੱਖ ਇਤਿਹਾਸ ਦੀਆਂ,
ਆਲੂ ਵਾਲੀਆਂ ਦੀ ਮਿਸਲ, ਸ਼ਹੀਦਾਂ ਦੀ ਮਿਸਲ, ਸ਼ੁਕਰ ਚੱਕੀਆਂ ਦੀ ਮਿਸਲ, ਸਿੰਘਪੁਰੀਆਂ ਦੀ ਮਿਸਲ, ਕਨਈਆਂ ਦੀ ਮਿਸਲ, ਕਰੋੜੀਆਂ ਦੀ ਮਿਸਲ, ਡੱਲੇ ਵਾਲਿਆਂ ਦੀ ਮਿਸਲ, ਨਕਈਆਂ ਦੀ ਮਿਸਲ, ਨਿਸ਼ਾਨ ਵਾਲਿਆਂ ਦੀ ਮਿਸਲ, ਫੂਲਕੀਆਂ ਦੀ ਮਿਸਲ, ਭੰਗੀਆਂ ਦੀ ਮਿਸਲ, ਰਾਮਗੜੀਆਂ ਦੀ ਮਿਸਲ। ਇਹ 12 ਮਿਸਲਾਂ ਸਨ। ਖੈਰ ਰੋ ਵਿਚਾਰ ਤਾਂ 3 ਨਾਨਕੀਆਂ ਸਿੱਖ ਇਤਿਹਾਸ ਵਿੱਚ ਹੋਈਆਂ ਨੇ, ਬੇਬੇ ਨਾਨਕੀ, ਮਾਤਾ ਨਾਨਕੀ ਅਤੇ ਬੀਬੀ ਨਾਨਕੀ। ਮਾਤਾ ਨਾਨਕੀ 6ਵੇਂ ਪਾਤਸ਼ਾਹ ਦੇ ਮਹਿਲ, ਬੇਬੇ ਨਾਨਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਭੈਣ, ਬੀਬੀ ਨਾਨਕੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਧੀ। ਤਾਂ ਇੱਥੇ ਸੁਲਤਾਨਪੁਰ ਦੀ ਧਰਤੀ ਤੇ ਸਾਹਿਬ ਨੇ ਬਖਸ਼ਿਸ਼ਾਂ ਵਰਤਾਈਆਂ। ਇੱਥੇ ਵੀ ਨਾਮ ਦਾ ਉਪਦੇਸ਼ ਕੀਤਾ। ਮਲ ਸਿੰਘਾ ਪਿੰਡ ਨਾਲ ਉੱਥੋਂ ਦੇ ਰਹਿਣ ਵਾਲਾ ਭਾਈ ਭਗੀਰਥ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਨੇ। ਬੜੇ ਥਾਵਾਂ ਤੇ ਗਏ ਆ, ਕਿਤੋਂ ਕਿਰਪਾ ਨਹੀਂ ਹੋਏ ਤੇ ਸਤਿਗੁਰਾਂ ਨੇ ਨਾਮ ਦੇ ਨਾਲ ਜੋੜਿਆ। ਉਹ ਭਾਈ ਭਗੀਰਥ ਜੀ ਸਤਿਗੁਰਾਂ ਦਾ ਸਿੱਖ ਬਣ ਗਿਆ। ਉਸ ਭਾਈ ਭਗੀਰਥ ਤੋਂ ਭਾਈ ਮਨਸੁਖ ਸਿੱਖ ਬਣ ਗਿਆ। ਭਾਈ ਮਨਸੁਖ ਤੋਂ ਸਿੰਗਲਾਦੀਪ ਸ਼੍ਰੀਲੰਕਾ ਦਾ ਰਾਜਾ ਸ਼ਿਵਨਾਭ ਸਿੱਖ ਬਣ ਗਿਆ। ਜਿਨਨੇ ਵੀ ਸੱਚੇ ਦਿਲੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਤੂੰ ਗੁਰੂ ਦੀ ਆਗਿਆ ਵਿੱਚ ਚੱਲ, ਤੇਰੀ ਆਗਿਆ ਵਿੱਚ ਸੰਸਾਰ ਚੱਲੇਗਾ। ਉਦਾਹਰਣ ਦੇ ਤੌਰ ਤੇ ਬਾਬਾ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕੀਤੀ, ਸੇਵਾ ਕੀਤੀ, ਸੰਸਾਰ ਅੱਗੇ ਉਹਨਾਂ ਦੇ ਹੁਕਮ ਅੰਦਰ ਚੱਲਦਾ ਹੈ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਸਮਾਧਾਨ, ਦੁੱਖ ਹੈ ਸਮੱਸਿਆ। ਜਿਨਨੇ ਵੀ ਸਿਮਰਨ ਕੀਤਾ, ਜਿਨਨੇ ਵੀ ਨਾਮ ਜਪਿਆ, ਉਹਦੇ ਜਿਹੜੇ ਦੁੱਖ, ਉਹਦੇ ਵਿਘਨ, ਉਹਦੇ ਜੋ ਰੋਗ ਨੇ ਉਹ ਦੂਰ ਹੋ ਗਏ। ਇਸ ਲਈ ਪ੍ਰਭ ਸਿਮਰਤ ਦੁਖ ਬਿਨਾਸੀ, ਪ੍ਰਭੂ ਦਾ ਸਿਮਰਨ ਕਰਕੇ ਦੁੱਖ ਨਾਸ਼ ਹੋ ਜਾਂਦੇ ਨੇ। ਭਇਓ ਕਿਰਪਾਲ ਜੀ ਸੁਖ ਦਾਤਾ, ਹੋਈ ਸਗਲ ਖਲਾਸੀ। ਭਇਓ ਕਿਰਪਾਲ ਜੀ ਸੁਖ ਦਾਤਾ। ਜੀ ਨੂੰ ਸੁਖ ਕੋਈ ਨਹੀਂ ਦੇ ਸਕਦਾ ਨਾਮ ਤੋਂ ਬਿਨਾਂ। ਸਰੀਰ ਦੇ ਸੁਖ ਬੰਦਾ ਪੈਸੇ ਨਾਲ ਹਾਸਲ ਕਰ ਸਕਦਾ ਹੈ। ਸਰੀਰ ਦੇ ਜਿਹੜੇ ਸੁਖ ਨੇ ਉਹਨਾਂ ਨੂੰ ਖਰੀਦਿਆ ਜਾ ਸਕਦਾ ਹੈ, ਪਰ ਜਿਹੜੇ ਜੀ ਦੇ ਸੁਖ ਨੇ ਉਹਨਾਂ ਨੂੰ ਬੰਦਾ ਖਰੀਦ ਨਹੀਂ ਸਕਦਾ। ਕੋਈ ਐਸਾ ਬਾਜ਼ਾਰ ਨਹੀਂ, ਕੋਈ ਐਸੀ ਦੁਕਾਨ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਇਹ ਲਿਖਿਆ ਹੋਵੇ ਵੀ ਇੱਥੇ ਆਓ ਤੇ ਚਿੰਤਾ ਕੱਢ ਦਿਆਂਗੇ ਤੇ ਸੁਖ ਇੰਨੇ ਦਾ ਇੰਨੇ ਕਿਲੋ ਤੁਹਾਨੂੰ ਦੇ ਦਿਆਂਗੇ। ਐਸੀ ਕੋਈ ਜਗ੍ਹਾ ਨਹੀਂ। ਜਿਹੜਾ ਜੀ ਦਾ ਸੁਖ ਹੈ, ਅੰਦਰ ਦਾ ਸੁਖ ਹੈ, ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਅਵਰ ਨਾ ਕੋ ਹੋਰ ਜਿਹੜਾ ਕੋਈ ਮੈਨੂੰ ਨਹੀਂ ਦਿਸਦਾ, ਕੋਈ ਨਜ਼ਰ ਨਹੀਂ ਆਉਂਦਾ। ਅਵਰ ਨਾ ਕੋ ਸੂਝੈ ਪ੍ਰਭ ਬਿਨ, ਕਹੋ ਕੋ ਕਿਸ ਪਹਿ ਜਾਸੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੁਹਾਨੂੰ ਛੱਡ ਕੇ ਹੋਰ ਕਿਹਦੇ ਕੋਲ ਜਾਵਾਂ, ਮੈਨੂੰ ਤੇ ਕੋਈ ਦਿਸਦਾ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕੀਤੇ। ਕਹਿਣ ਲੱਗੇ, ਮਰਦਾਨਿਆ ਮੰਗ ਲੈ, ਕੀ ਮੰਗਣਾ ਹੈ? ਤੇ ਭਾਈ ਮਰਦਾਨਾ ਜੀ ਨੇ ਜਿਹੜਾ ਚੋਲਾ ਗਲ ਪਾਇਆ ਸੀ ਉਹਦਾ ਪੱਲਾ ਕਰ ਲਿਆ। ਪੱਲਾ ਅੱਡ ਕੇ ਕਹਿਣ ਲੱਗੇ, ਪਾਤਸ਼ਾਹ ਜੀ ਤਰੁੱਠੇ ਹੋ ਤੇ ਕਿਰਪਾ ਕਰੋ, ਜਿਹੜੀ ਝੋਲੀ ਮੈਂ ਤੁਹਾਡੇ ਦਰ ਤੇ ਅੱਡੀ ਏ ਇਹਨਾਂ ਕੁ ਸੰਤੋਖ ਦੇ ਦਿਓ, ਕਿਸੇ ਹੋਰ ਦੇ ਦਰ ਤੇ ਮੈਂ ਝੋਲੀ ਕਰਕੇ ਨਾ ਖਲੋਵਾਂ। ਮੈਨੂੰ ਕੋਈ ਇਹ ਨਾ ਕਵੇ ਕੱਲ ਬਾਬੇ ਨਾਨਕ ਅੱਗੇ ਖੜਾ ਸੀ ਤੇ ਅੱਜ ਕਿੱਥੇ ਖੜਾ ਹੈ। ਇਹਨਾਂ ਸੰਤੋਖ ਮੈਨੂੰ ਦੇ ਦਿਓ। ਤੇ ਜਿੱਥੇ ਸੰਤੋਖ ਹੈ ਉੱਥੇ ਸਾਰਾ ਕੁਝ ਹੈ। ਸੰਤੋਖ ਸਹਿਜ ਟਿਕਾ, ਇਸ ਤੋਂ ਬਿਨਾਂ ਸਾਧ ਸੰਗਤ ਜੀ ਕੁਛ ਨਹੀਂ। ਜਿਹੜਾ ਟਿਕਾ ਹੈ ਉਹ ਥੱਲੇ ਦੀ ਤਰ੍ਹਾਂ ਹੁੰਦਾ ਹੈ। ਬਾਲਟੀ 5-7 ਲੀਟਰ ਦੀ ਹੋਏ, ਜੇ ਉਹਦਾ ਥੱਲਾ ਹੀ ਨਹੀਂ, ਉਹਨੂੰ ਟੂਬਲ ਅੱਗੇ ਬੋਰ ਅੱਗੇ ਲਾ ਦਿਓ, ਬਾਲਟੀ ਭਰੀ ਨਹੀਂ ਜਾਣੀ, ਕਿਉਂਕਿ ਉਹਦਾ ਟਿਕਾ ਨਹੀਂ ਹੈ, ਉਸ ਦਾ ਥੱਲਾ ਹੀ ਨਹੀਂ ਹੈ। ਇਸ ਲਈ ਮੈਨੂੰ ਕੋਈ ਐਸਾ ਹੋਰ ਨਜ਼ਰ ਹੀ ਨਹੀਂ ਆਉਂਦਾ। ਮੈਂ ਕਿਸ ਅੱਗੇ ਜਾ ਕੇ ਕਹਾਂ ਕਿ ਮੈਨੂੰ ਆ ਚਾਹੀਦਾ ਹੈ। ਜਿਉਂ ਜਾਣੋ ਤਿਉਂ ਰਾਖੋ ਠਾਕੁਰ, ਸਭ ਕਿਛ ਤੁਮ ਹੀ ਪਾਸੀ। ਅਕਾਲ ਪੁਰਖ ਵਾਹਿਗੁਰੂ ਜੀ
ਜਿੱਥੇ ਤੁਸੀਂ ਮੈਨੂੰ ਰੱਖੋਗੇ ਮੈਂ ਉੱਥੇ ਹੀ ਆਨੰਦ ਦੇ ਵਿੱਚ ਹਾਂ। ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਮੈਨੂੰ ਉੱਥੇ ਹੀ ਰੱਖੋ, ਪਰ ਮੈਂ ਤੁਹਾਡਾ ਪੱਲਾ ਛੱਡ ਕੇ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ, ਕਿਸੇ ਹੋਰ ਦਾ ਲੜ ਨਹੀਂ ਪਕੜਨਾ। ਹਾਥ ਦੇ ਰਾਖੇ ਪ੍ਰਭ ਆਪਣੇ, ਸਦ ਜੀਵਨ ਅਬਿਨਾਸੀ। ਜਿਹਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੱਥ ਦੇ ਕੇ ਰੱਖਦਾ ਉਹ ਕਦੀ ਆਤਮਕ ਮੌਤੇ ਨਹੀਂ ਮਰਦੇ। ਸਰੀਰ ਭਾਵੇਂ ਸ਼ਹੀਦ ਹੋ ਜਾਏ, ਰਹਿੰਦੀ ਦੁਨੀਆ ਤੱਕ ਸੰਸਾਰ ਉਹਨਾਂ ਨੂੰ ਯਾਦ ਕਰਦਾ ਹੈ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਣੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਭਾਈ ਸ਼ੁਬੇਗ ਸਿੰਘ ਜੀ, ਅਨੇਕਾਂ ਹੀ ਸ਼ਹੀਦ ਨੇ ਗੁਰੂ ਕੇ ਪਿਆਰੇ। ਜਿੱਥੇ ਤੁਸੀਂ ਆਪ ਕਿਰਪਾ ਬਖਸ਼ਿਸ਼ ਕਰਦੇ ਹੋ ਉਹ ਡੋਲਦੇ ਵੀ ਨਹੀਂ, ਕਿਉਂਕਿ ਤੁਸੀਂ ਡੋਲਣ ਦਿੰਦੇ ਹੀ ਨਹੀਂ। ਤੁਹਾਡਾ ਜਿਹੜਾ ਨਾਮ ਹੈ ਇਹ ਅਡੋਲਤਾ ਬਖਸ਼ਦਾ ਹੈ। ਕਹੋ ਨਾਨਕ ਮਨ ਆਨੰਦ ਭਇਆ ਹੈ, ਕਾਟੀ ਜਮ ਕੇ ਫਾਸੀ। ਮਨ ਦੇ ਵਿੱਚ ਬੜਾ ਹੀ ਆਨੰਦ ਪੈਦਾ ਹੋ ਗਿਆ ਜਦੋਂ ਜਮਾਂ ਦੀ ਫਾਈ ਕੱਟੀ ਗਈ। ਜਿਹੜੀ ਫਾਈ ਇਹ ਕੀ ਕਰਦੀ ਹੈ? ਫਾਈ ਮਾਰ ਦਿੰਦੀ ਹੈ। ਫਨ ਸੇ ਫਾ ਲਿਆ, ਕੀ ਕੀਤਾ? ਉਹਨੇ ਮੌਤ ਕਰ ਦਿੱਤੀ, ਉਸਨੇ ਅੰਤ ਕਰ ਦਿੱਤਾ। ਜਿਹੜੀ ਫਾਹੀ ਸੀ ਉਹ ਕੱਟੀ ਗਈ। ਕਿਸ ਪ੍ਰਕਾਰ? ਨਾਮ ਜਪ ਕੇ, ਸਿਮਰਨ ਕਰਕੇ। ਕੋਈ ਵੀ ਰੱਸੀ ਹੈ, ਬੰਧਨ ਹੈ, ਬੰਧਨ ਕੀ ਕਰਦਾ? ਬੰਧਨ ਮਨੁੱਖ ਨੂੰ ਬੰਨ ਲੈਂਦਾ ਹੈ। ਉਸ ਦੇ ਨਾਲ ਜੋ ਕੁਝ ਵੀ ਬੰਨਿਆ ਹੈ ਉਹ ਬੰਧਨ ਆਜ਼ਾਦੀ ਖਤਮ ਕਰ ਦਿੰਦਾ ਹੈ। ਕੋਈ ਮੱਝ ਗਾਂ ਬੰਨੀ ਹੈ ਉਹ ਮਰਜ਼ੀ ਨਾਲ ਖੋਲ ਨਹੀਂ ਸਕਦੀ, ਕਿਉਂਕਿ ਉਹ ਬੱਧੀ ਹੋਈ ਹੈ। ਕਿਸੇ ਦੇ ਗਲ ਵਿੱਚ ਕੋਈ ਸੰਗਲੀ ਪਈ ਹੈ ਉਹ ਖੁੱਲ ਨਹੀਂ ਸਕਦਾ, ਕਿਉਂਕਿ ਉਹ ਬੰਧਨ ਵਿੱਚ ਬੰਨਿਆ ਹੋਇਆ ਹੈ। ਠੀਕ ਇਸੇ ਪ੍ਰਕਾਰ ਸਾਨੂੰ ਵੀ ਵਿਸ਼ੇ ਵਿਕਾਰ, ਅਗਿਆਨਤਾ, ਮਾੜੀਆਂ ਆਦਤਾਂ ਉਹ ਸਾਰੀਆਂ ਫਾਈਆਂ ਹੀ ਤੇ ਹੈ ਨੇ, ਹੋਰ ਕੀ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੇ। ਕੋਇਲੇ ਪਾਪ ਪੜਿਆ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਜੇਤੀ ਘੜੀ ਫਾਹੀ ਤੇਤੀ। ਜਿੰਨੀਆਂ ਵੀ ਘੜੀਆਂ ਜਿਉਨੇ ਆ ਨਾਮ ਤੋਂ ਬਿਨਾਂ, ਸਾਹਿਬ ਕਹਿੰਦੇ ਨੇ ਜਿੰਨੀਆਂ ਵੀ ਘੜੀਆਂ ਤੂੰ ਜਿਉ ਰਿਹਾ, ਜਿੰਨੇ ਵੀ ਸਵਾਸ ਲੈ ਰਿਹਾ, ਇਹ ਜਿਹੜੇ ਸਵਾਸ, ਇਹ ਜਿਹੜੀਆਂ ਘੜੀਆਂ ਨੇ ਇਹ ਫਾਇਦਾ ਹੀ ਤੇ ਕੰਮ ਕਰਦੀਆਂ ਪਈਆਂ ਨੇ। ਮਨ ਨੂੰ ਟਿਕਾ ਨਹੀਂ, ਸੁਖ ਨਹੀਂ। ਕਿਉਂ? ਕਿਉਂਕਿ ਨਾਮ ਤੋਂ ਦੂਰ ਹੋ ਗਿਆ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਉਹਦੀ ਇਬਾਦਤ ਨਹੀਂ ਕੀਤੀ। ਸਾਹਿਬ ਬਖਸ਼ਿਸ਼ ਕਰਦੇ ਨੇ ਦੁੱਖ ਦੂਰ ਹੋ ਜਾਣਗੇ, ਤੈਨੂੰ ਨਾਮ ਜਪਣਾ ਪਏਗਾ। ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਪਏਗਾ, ਉਹਦੀ ਸਿਫਤ ਸਲਾਹ, ਉਹਦੀ ਵਡਿਆਈ ਕਰਨੀ ਪਏਗੀ। ਤਾਂ ਜਿਨ੍ਹਾਂ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਸਿਮਰਨ ਕੀਤਾ, ਸਾਧ ਸੰਗਤ ਜੀ, ਜੇ ਦੁੱਖ ਆਇਆ ਵੀ ਹੈ ਨਾ ਉੱਥੇ ਮਹਿਸੂਸ ਨਹੀਂ ਹੋਇਆ। ਜੇ ਦੁੱਖ ਆਇਆ ਵੀ ਹੈ, ਜਿਹੜਾ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਹੈ, ਉਹ ਫਿਰ ਨਾ ਤੇ ਡੋਲਿਆ ਨਾ ਉਹ ਘਬਰਾਇਆ ਹੈ, ਕਿਉਂਕਿ ਨਾਮ ਦਾ ਆਸਰਾ ਏ, ਨਾਮ ਦੀ ਓਟ ਹੈ। ਤੇ ਨਾਮ ਹਰ ਕਿਸੇ ਲਈ ਲਾਜ਼ਮੀ ਹੈ। ਭਾਵੇਂ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹੈ, ਕਿਸੇ ਵੀ ਮਜ਼ਹਬ ਨਾਲ ਜੁੜਿਆ ਹੈ, ਨਾਮ ਹਰ ਕਿਸੇ ਲਈ ਜਪਣਾ ਜ਼ਰੂਰੀ ਹੈ। ਅੰਮ੍ਰਿਤ ਵੇਲੇ ਜੇ ਗੁਰੂ ਘਰਾਂ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਤਾਂ ਸਾਧ ਸੰਗਤ ਜੀ, ਮਸਜਿਦਾਂ ਦੇ ਵਿੱਚ, ਮੰਦਿਰਾਂ ਦੇ ਵਿੱਚ, ਉੱਥੇ ਵੀ ਜਿਹਨੂੰ ਕੋਈ ਮੰਨਦਾ ਉਹਦਾ ਨਾਮ ਉਹ ਲੈਂਦੇ ਨੇ। ਇਸ ਲਈ ਅੰਮ੍ਰਿਤ ਵੇਲੇ ਦੀ ਕਿਸੇ ਨੂੰ ਕੋਈ ਛੋਟ ਨਹੀਂ, ਇਹ ਸਭ ਲਈ ਲਾਜ਼ਮੀ ਹੈ। ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਤੇ ਕਿਰਪਾ ਕੀਤੀ, ਹਰ ਧਨ ਅੰਮ੍ਰਿਤ ਵੇਲਾ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਿਖੁਟੈ ਨਾਹੀ। ਜਿਹੜਾ ਅੰਮ੍ਰਿਤ ਵੇਲਾ ਨਾ, ਵਤੈ ਕਹਿੰਦੇ ਵੱਤਰ ਨੂੰ। ਜਦੋਂ ਕੋਈ ਬੀਜਦੇ ਨੇ, ਪਹਿਲਾਂ ਜ਼ਮੀਨ ਨੂੰ ਪਾਣੀ ਦਿੰਦੇ ਨੇ, ਫਿਰ ਵੱਤਰ ਆਉਂਦੀ, ਫਿਰ ਬੀਜਦੇ ਨੇ। ਵੱਤਰ ਤੋਂ ਭਾਵ ਇਸ ਤਰ੍ਹਾਂ ਕਹਿ ਲਈਏ ਕਿ ਜਿਹੜਾ ਸਮਾਂ ਹੈ, ਜਦੋਂ ਯੋਗ ਸਮਾਂ ਹੈ, ਉੱਤਮ ਸਮਾਂ ਹੈ। ਜਿਹੜਾ ਅੰਮ੍ਰਿਤ ਵੇਲਾ ਹੈ, ਹਾਂ ਸਿੱਖ ਬਾਣੀ ਕਿਸੇ ਵੇਲੇ ਵੀ ਪੜ੍ਹ ਸਕਦਾ, ਨਾਮ ਕਿਸੇ ਵੇਲੇ ਵੀ ਜਪ ਸਕਦਾ ਹੈ, ਪਰ ਇਸ ਨੇ ਅੰਮ੍ਰਿਤ ਵੇਲੇ ਜ਼ਰੂਰ ਬਾਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਇਹਨੇ ਨਾਮ ਜ਼ਰੂਰ ਜਪਣਾ ਹੈ। ਕਿਉਂਕਿ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਸਾਹਿਬ ਕਹਿੰਦੇ ਵੱਤਰ ਦੀ ਤਰ੍ਹਾਂ ਹੈ,
ਤੇ ਵੱਤਰ ਦੇ ਵਿੱਚ ਬੀਜਿਆ ਹੋਇਆ ਜਿਹੜਾ ਬੀਜ ਹੈ ਉਹ ਫਸਲ ਬੜੀ ਹੁੰਦੀ ਹੈ। ਆਪਾਂ ਬੱਚਿਆਂ ਨੂੰ ਸਕੂਲਾਂ ਵਿੱਚ ਪੜ੍ਹਨੇ ਪਾਉਂਦੇ ਆ। ਇੱਕ ਸਮਾਂ ਹੈ ਨਾ, ਹੁਣ ਬੱਚਾ ਇੰਨੇ ਸਾਲ ਦਾ ਹੋ ਗਿਆ, ਇਹਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਜਾਏ। ਉਹ ਸਮਾਂ ਸੰਭਾਲ ਲਿਆ ਜਿਸਨੇ, ਉਸ ਬੱਚੇ ਦਾ ਜਿਹੜਾ ਜਨਮ ਹੈ, ਜੀਵਨ ਹੈ, ਉਹ ਸਫਲ ਹੋ ਗਿਆ। ਤਾਂ ਇਸ ਲਈ ਸਤਿਗੁਰਾਂ ਇਹ ਕਿਰਪਾ ਕੀਤੇ, ਪ੍ਰਭ ਸਿਮਰਤ ਦੁਖ ਬਿਨਾਸੀ, ਭਇਓ ਕਿਰਪਾਲ ਜੇ ਸੁਖ ਦਾਤਾ, ਹੋਈ ਸਗਲ ਖਲਾਸੇ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਸਿਮਰਨ ਕਰਕੇ ਜਿਹੜੇ ਬੰਧਨ ਸਨ ਉਹ ਟੁੱਟ ਗਏ, ਬੰਧਨਾਂ ਤੋਂ ਮੁਕਤ ਹੋ ਗਏ। ਹੁਣ ਜਿਹੜਾ ਜੀ ਹੈ ਇਹ ਬੜੇ ਸੁਖ ਦੇ ਵਿੱਚ, ਬੜੇ ਆਨੰਦ ਦੇ ਵਿੱਚ ਹੈ, ਕਿਉਂਕਿ ਨਾਮ ਦੇ ਵਿੱਚ ਜਿਹੜਾ ਸੁਖ ਹੈ ਉਹ ਸੰਸਾਰ ਦੇ ਪਦਾਰਥਾਂ ਵਿੱਚ ਨਹੀਂ। ਕੋਈ ਵੀ ਚੀਜ਼ ਭਾਵੇਂ ਕਿੱਡੀ ਵੀ ਮਹਿੰਗੀ ਲੈ ਆਓ, ਕੀਮਤੀ ਲੈ ਆਓ, ਕੁਝ ਸਮੇਂ ਬਾਅਦ ਉਹਦਾ ਉਹ ਰੋਬ ਨਹੀਂ ਰਹੇਗਾ, ਪੁਰਾਣੀ ਹੋ ਜਾਏਗੀ। ਪਰ ਸਾਹਿਬ ਮੇਰਾ ਨੀਤ ਨਵਾਂ, ਕਦੀ ਕਿਸੇ ਨੇ ਕਿਹਾ ਨਾਮ ਤੇ ਪਹਿਲੇ ਭਗਤ ਗੁਰੂ ਕੇ ਪਿਆਰੇ ਸਵਾਰੇ ਜਪ ਗਿਆ ਸੀ ਕਿ ਜਪੀਏ, ਨਹੀਂ। ਇਹਨੂੰ ਜਿਵੇਂ ਜਿਵੇਂ ਕੋਈ ਜਪਦਾ ਜਾਏਗਾ ਉਹਦੇ ਅੰਦਰ ਦੀ ਜਿਹੜੀ ਮੈਲ ਹੈ ਉਹ ਧੁੱਪਦੀ ਜਾਏਗੀ, ਉਹ ਲੱਥਦੀ ਜਾਏਗੀ। ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਅੰਦਰ ਜਿਹੜਾ ਨਾਮ ਜਪਣਾ ਹੈ ਇਹ ਹਰ ਕਿਸੇ ਲਈ ਲਾਜ਼ਮੀ ਹੈ, ਤੇ ਜਿਨੇ ਜਪਿਆ ਉਹਨੂੰ ਅੰਦਰ ਦਾ ਸੁੱਖ ਮਿਲ ਗਿਆ। ਜਪਣ ਵਾਲਿਆਂ ਨੂੰ ਪਤਾ ਹੈ, ਜਿਨ੍ਹਾਂ ਦਾ ਰੂਟੀਨ ਹੈ ਨਾਮ ਜਪਣ ਦਾ, ਬਾਣੀ ਪੜਨ ਦਾ, ਸੇਵਾ ਕਰਨ ਦਾ। ਜੇ ਕਿਸੇ ਕਾਰਨ ਇੱਕ ਦਿਨ ਨਾਮ ਨਹੀਂ ਜਪਿਆ ਜਾਂ ਸੰਗਤ ਨਹੀਂ ਕੀਤੀ ਜਾਂ ਬਾਣੀ ਨਹੀਂ ਪੜ੍ਹੀ, ਸਾਰਾ ਦਿਨ ਐਵੇਂ ਲੱਗੇਗਾ ਅਜੇ ਮੇਰਾ ਕੋਈ ਕੰਮ ਰਹਿੰਦਾ, ਮੈਂ ਅਜੇ ਕੁਝ ਕਰਨਾ ਹੈ। ਐਸਾ ਉਹਨਾਂ ਨਾਲ ਹੁੰਦਾ ਜਿਨ੍ਹਾਂ ਦਾ ਰੂਟੀਨ ਬਣਿਆ ਹੈ, ਜਿਨ੍ਹਾਂ ਦਾ ਨੇਮ ਬਣਿਆ ਹੈ। ਸੋ ਇਸ ਲਈ ਸਾਹਿਬ ਨੇ ਬਖਸ਼ਿਸ਼ ਕੀਤੀ, ਨਾਮ ਜਪਣਾ, ਸਿਮਰਨ ਕਰਨਾ, ਸਿਮਰਨ ਕਰਕੇ ਉਸ ਵਾਹਿਗੁਰੂ ਦੀ ਇਬਾਦਤ ਕਰਕੇ ਜਿਹੜੇ ਦੁੱਖ ਨੇ ਉਹਨਾਂ ਦਾ ਨਾਸ਼ ਹੁੰਦਾ ਹੈ, ਗੁਰੂ ਦੀ ਕਿਰਪਾ ਵਰਤਦੀ ਹੈ। ਸੋ ਆਓ ਸਭਨਾਂ ਨੇ ਰਸਨਾ ਪਵਿੱਤਰ ਕਰਨੀ ਹੈ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਘਰ ਨਹੁ ਨਿਧ ਆਵੈ ਤਾਏ, ਘਰ ਨਹੁ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਘਰ ਨਹੁ ਨਿਧ ਆਵੈ ਤਾਏ, ਘਰ ਨਹੁ ਨਿਧ ਆਵੈ ਤਾਏ।
ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਸਤਿਗੁਰੂ ਕਿਰਪਾ ਕਰਨ। ਇਹ ਅਰਦਾਸ ਹੈ, ਬੇਨਤੀ ਕਰਨੀ ਹੈ, ਪਾਤਸ਼ਾਹ ਜੀ ਕਿਰਪਾ ਕਰੋ। ਜਿਵੇਂ ਬਾਬੇ ਮੱਖਣ ਸ਼ਾਹ ਨੇ ਅਰਦਾਸ ਕੀਤੀ, ਤੁਸੀਂ ਬੇੜੇ ਪਾਰ ਕਰ ਦਿੱਤੇ, ਸਾਨੂੰ ਵੀ ਉਵੇਂ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨੀ ਆ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਭ ਰੱਬ ਵਰਗੀਆਂ ਸੰਗਤਾਂ ਦਾ, ਗੁਰੂ ਘਰ ਦੇ ਸਮੁੱਚੇ ਸਟਾਫ ਦਾ, ਪ੍ਰਬੰਧਕ ਕਮੇਟੀ ਦਾ, ਸਭਨਾਂ ਦਾ ਧੰਨਵਾਦ। ਮਹਾਰਾਜ ਸਭਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ, ਅੰਗ ਸੰਗ ਸਾਈ ਰਹਿਣ। ਝੁਕਾਓ ਸਾਹਿਬਾਂ ਨੂੰ ਸੀਸ, ਪਾਓ ਫਤਿਹ ਨਾਲ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।